ਹੁਣ ਵਿਜ਼ੀਬਲ ਹੋ ਗਿਆ ਸਾਰਿਆਂ ਨੂੰ? सर नो। यस सर। हाय हाय ताई कहना सर गुड इवनिंग। गुड इवनिंग टू ऑल। ताई कहना ना थोड़ा जिहा सबर कर लिया करो। चलो सब तो पहले आप कल वाला आर्टिकल डिस्कस करते हैं, ठीक है। तो आर्टिकल की सी रिलेशन बिटवीन टॉर्क एंड एल। थोड़ी चलो बट आई डू प्रैफर जे तुसी लिखना स्टार्ट कर दोगे क्योंकि उस ईजी हो जाता एक चीज़ दसनी, ठीक है, समझानी ईजी हो जाती है। सर मैनू नहीं विजिबल हो रही वीडियो। ब्लैक स्क्रीन की हाल तो सर मैं दोबारा एंटर करा लीव करके। कोई चक्कर नहीं, दोबारा कर लो बता। तो हैडिंग देख लो, हैडिंग अपने को ही है रिलेशन बिटवीन टॉर्क एंड एंगुलर मोमेंटम, ठीक है। टॉर्क एंड एंगुलर मोमेंटम बेसिकली अपने को जो ਲੀਨੀਅਰ ਕੁਆਂਟੀਟੀਜ਼ ਹੁੰਦੀਆਂ ਨੇ ਉਸ ਨੂੰ ਆਪਾਂ ਨੇ ਰੋਟੇਸ਼ਨ 'ਚ ਕਨਵਰਟ ਕੀਤਾ, ਦੈਨ ਆਪਣੇ ਕੋਲ ਕੀ ਬਣ ਗਿਆ, ਉਹ ਲੀਨੀਅਰ ਤੋਂ ਰੋਟੇਸ਼ਨਲ 'ਚ ਕਨਵਰਟ ਹੋਇਆ। ਦੇਖੋ ਕਿਵੇਂ ਫਿਰ ਅਸੀਂ ਵੀ ਨੋਟ ਕਰ ਲਈ, ਇੱਕ ਵਾਰ ਦੁਬਾਰਾ ਪ੍ਰੈਕਟਿਸ ਹੋ ਜੂ। ਜਿੰਨੇ ਵਾਰ ਮੈਂ ਇੱਥੇ ਤੁਹਾਨੂੰ ਦੱਸਦਾ ਹੁੰਨਾ ਉਨੇ ਵਾਰ ਤੁਸੀਂ ਨੋਟ ਕਰ ਲਿਆ ਕਰੋ, ਹੁੰਦਾ ਕਿ ਇਸ ਨਾਲ ਤੁਹਾਡੀ ਪ੍ਰੈਕਟਿਸ ਹੋਊਗੀ। ਜੇ ਆਰਟੀਕਲ ਲਿਖ ਕੇ ਨਹੀਂ ਦੇਖੋਗੇ ਤਾਂ ਆਟੋਮੈਟਿਕਲੀ ਤੁਹਾਨੂੰ ਸਮਝ ਜ਼ਰੂਰ ਆ ਜਾਊਗਾ ਬਟ ਯਾਦ ਨਹੀਂ ਰਹਿਣਾ ਜਦੋਂ ਤੁਸੀਂ ਖੁਦ ਕਰਨਾ ਹੋਊਗਾ। ਤਾਂ ਖੁਦ ਕਰਨ ਦਾ ਤਰੀਕਾ ਇਹ ਹੈ ਕਿ ਉਸਨੂੰ ਲਿਖ ਕੇ ਦੇਖੋ। ਤਾਂ ਆਪਣੇ ਕੋਲ ਬੇਸਿਕਲੀ ਫੋਰਸ ਨਿਊਟਨ ਸੈਕਿੰਡ ਲਾਅ ਕੀ ਹੁੰਦਾ ਹੈ, F ਇਜ਼ ਇਕੁਅਲ ਟੂ dp/dt। ਸਾਰਿਆਂ ਨੂੰ ਪਤਾ ਨਾ ਇਹ ਹੈ ਨਾ। F ਕੀ ਹੈ ਆਪਣੇ ਕੋਲ ਲੀਨੀਅਰ ਫੋਰਸ, P ਕੀ ਹੈ ਲੀਨੀਅਰ ਮੋਮੈਂਟਮ। ਤਾਂ ਜਦੋਂ ਆਪਾਂ ਲੀਨੀਅਰ ਤੋਂ ਐਂਗੂਲਰ 'ਚ ਸ਼ਿਫਟ ਹੁੰਦੇ ਹਾਂ, ਮਤਲਬ ਆਪਾਂ ਰੋਟੇਸ਼ਨ 'ਚ ਸ਼ਿਫਟ ਹੁੰਦੇ ਹਾਂ, ਤਾਂ F ਦੀ ਜਗ੍ਹਾ 'ਤੇ ਕੀ ਆ ਜਾਂਦਾ ਟਾਰਕ, d/dt ਉਹੀ ਹੋ ਜਾਊਗਾ। P ਦੀ ਜਗ੍ਹਾ 'ਤੇ ਕੀ ਆ ਜਾਊ L। ਇਹ ਆਪਾਂ ਨੇ ਪ੍ਰੂਵ ਕਰਨਾ, ਇਹੀ ਰਿਲੇਸ਼ਨ ਹੈ, ਠੀਕ ਹੈ। ਸਟੈਪ ਥੋੜੇ ਲੈਂਥੀ ਹੈ, ਫਿਰ ਕੀ ਹੋ ਗਿਆ, ਕਰੀ ਚਲੋ। ਤਾਂ ਆਪਣੇ ਕੋਲ ਲੌਜੀਕਲੀ L ਕਿਹਦੇ ਇਕੁਅਲ ਹੁੰਦਾ, ਬਾਈ ਡੈਫੀਨੇਸ਼ਨ L ਵੈਕਟਰ ਕਿਹਦੇ ਇਕੁਅਲ ਹੁੰਦਾ, ਇਟ ਇਜ਼ ਇਕੁਅਲ ਟੂ R ਕ੍ਰੋਸ P। ਹੁਣ ਇਹਦੇ ਕਾਫੀ ਸਾਰੀ ਚੀਜ਼ਾਂ ਨੇ। ਕਿਵੇਂ ਆਪਾਂ ਕੀ ਕਰਾਂਗੇ, ਆਪਾਂ ਡਿਫਰੈਂਸ਼ੀਏਟ ਕਰਾਂਗੇ ਬੋਥ ਸਾਈਡਸ, differentiate both sides with respect to time, ठीक है। तो अपने को आ जाएगा dl/dt लेफ्ट साइड पे, राइट साइड पे की बन जू dy/dt ऑफ r क्रॉस p। ਹੁਣ बेसिकली सारी क्वांटिटी इत्थों शिफ्ट होंगी है, मतलब सारा जो डिस्कशन पार्ट होंगे इत्थों शिफ्ट होंगे। अपने कोल लेट्स से दो चीज़ां ने a इंटू b है, इन्हों का डेरीवेटिव है। ਤਾਂ ਇਸ ਨੂੰ ਲਿਖਣ ਦਾ ਮੈਥਡ ਹੁੰਦਾ ਏ ਬੀ ਪਲਸ ਏ ਬੀ, ਇੱਕ ਵਾਰ ਇੱਕ ਦਾ ਡੈਰੀਵੇਟਿਵ ਦੂਸਰੇ ਬਾਅਦ ਦੂਸਰਾ ਡੈਰੀਵੇਟਿਵ, ਦਿਸ ਇਜ਼ ਕਾਲਡ ਪ੍ਰੋਡਕਟ ਰੂਲ। ਉਸ ਤੋਂ ਬਾਅਦ ਆਪਾਂ ਨੇ ਜਦੋਂ ਇਸ ਦਾ ਡੈਰੀਵੇਟਿਵ ਕਰਨਾ ਤਾਂ ਸਭ ਤੋਂ ਪਹਿਲਾਂ ਆਰ ਪਹਿਲੀ ਟਰਮ ਦਾ ਡੈਰੀਵੇਟਿਵ ਕਰ ਲਓ, ਫਿਰ ਸੈਕਿੰਡ ਦਾ ਕਰ ਲਓ, ਚਾਹੇ ਪਹਿਲਾਂ ਸੈਕਿੰਡ ਦਾ ਕਰ ਲਓ ਫਿਰ ਫਸਟ ਦਾ ਕਰ ਲਓ, ਇੱਕੋ ਗੱਲ ਹੈ, ਕੋਈ ਡਿਫਰੈਂਸ ਨਹੀਂ ਹੈ। ਲੈਟਸ ਸੇ ਪਹਿਲਾਂ ਆਪਾਂ ਆਰ ਦਾ ਕਰਦੇ ਹਾਂ, ਤਾਂ ਇਸ ਨੂੰ ਆਪਾਂ ਲਿਖ ਸਕਦੇ ਹਾਂ dr/dt ਬ੍ਰੈਕਟ ਦੇ ਵਿੱਚ ਪਾਣਾ ਕ੍ਰੋਸ ਪ੍ਰੋਡਕਟ ਆਫ ਪੀ, ਠੀਕ ਹੈ, ਪਲੱਸ ਹੁਣ ਆਪਾਂ ਨੇ ਆਰ ਦਾ ਕਰ ਨੈਕਸਟ ਸਟੈਪ 'ਚ ਆਪਾਂ ਪੀ ਦਾ ਕਰਾਂਗੇ, ਤੇ ਇਹ ਹੋ ਜੂ ਆਰ ਕ੍ਰੋਸ dp/dt। ਸਾਰਿਆਂ ਨੂੰ ਕਲੀਅਰ, ਸਟੈਪ ਸਾਰਿਆਂ ਨੂੰ ਆ ਵਾਲਾ ਕਲੀਅਰ? यस सर। जिस किसी ਨੂੰ ਕਨਫਿਊਜ਼ਨ ਹੈ ਪੁੱਛ ਲਓ, ਡਾਊਟ ਹੈ ਪੁੱਛ ਲਓ। सर एक बार रिपीट कर दो ये वाला स्टेप। ਚਲੋ ਮੈਂ ਰਾਈਟ ਸਾਈਡ ਤੇ ਇਸ ਨੂੰ ਰਿਪਰੈਜ਼ੈਂਟ ਕਰ ਰਿਹਾ ਡਿਫਰੈਂਟ ਵੇ ਨਾਲ, ਦੇਖੋ ਧਿਆਨ ਨਾਲ। ਆਪਣੇ ਕੋਲ a ਇੰਟੂ b ਦਾ dy/dt ਹੈ, ਦਿਸ ਇਜ਼ ਕਾਲਡ ਡੈਰੀਵੇਟਿਵ ਆਫ ਪ੍ਰੋਡਕਟ ਰੂਲ। ਤਾਂ ਇਸ ਨੂੰ ਲਿਖਣਾ ਕਿਵੇਂ ਹੈ, ਇਸ ਨੂੰ ਕੀ ਕਰਨਾ ਆਪਾਂ ਨੇ a ਇੰਟੂ b ਇੱਕ ਵਾਰ ਰੱਖਣਾ ਹੈ, ਪਲੱਸ a ਇੰਟੂ b ਇੱਕ ਵਾਰ ਆਪਾਂ ਨੇ ਪਹਿਲੇ ਦਾ ਡੈਰੀਵੇਟਿਵ ਕਰ ਦੇਣਾ, ਠੀਕ ਹੈ। ਫਿਰ ਆਪਾਂ ਨੇ ਦੂਸਰੀ ਟਰਮ ਦਾ ਡੈਰੀਵੇਟਿਵ ਕਰਨਾ, ਸਿੰਪਲ। इसका की सीगा ए बी प्लस ए बी जो लिखा ਸੀ ਆਪਾਂ ਨੇ, ਇੱਕ ਵਾਰ a ਦਾ ਡੈਰੀਵੇਟਿਵ ਫਿਰ b ਦਾ ਡੈਰੀਵੇਟਿਵ, ਤਾਂ a b ਦਾ ਡੈਰੀਵੇਟਿਵ। ਤਾਂ ਇਹੀ ਚੀਜ਼ ਨੂੰ ਆਪਾਂ ਨੇ ਇੱਥੇ ਰਿਪਰੈਜ਼ੈਂਟ ਕੀਤਾ। ਪਹਿਲਾਂ ਆਪਾਂ ਨੇ r ਦਾ ਡੈਰੀਵੇਟਿਵ ਕਰ ਲਿਆ, ਕ੍ਰੋਸ p ਕਰ ਲਿਆ, ਫਿਰ ਆਪਾਂ ਨੇ p ਦਾ ਡੈਰੀਵੇਟਿਵ ਕੀਤਾ, ਕ੍ਰੋਸ r ਕਰ ਲਿਆ। ਹੁਣ ਸਟੈਪ ਕਲੀਅਰ? यस सर। ਚਲੋ ਨੋਟ ਕਰ ਲਓ, ਫਿਰ ਨੋਟ ਕਰਕੇ ਮੈਨੂੰ ਕਨਫਰਮ ਕਰੋ, ਫਿਰ ਨੈਕਸਟ ਸਟੈਪ ਤੇ ਆਨੇ ਆਪਾਂ। ਨਾਲ ਜਿਸ ਮੂਵਮੈਂਟ ਤੇ ਮੈਂ ਦੱਸਦਾ ਹਾਂ ਨਾ ਨੋਟ ਕਰੀ ਜਾਇਆ ਕਰੋ, ਕਿਉਂਕਿ ਰੈਪੀਟੀਸ਼ਨ ਜਿਹੜੀ ਹੋਣੀ ਹੈ ਜਾਂ ਐਕਸਪਲੇਨੇਸ਼ਨ ਹੋਣੀ ਹੈ ਨਵੇਂ ਮੈਥਡ ਨਾਲ ਹੋ ਜੂਗੀ, ਬਟ ਜਿਹੜਾ ਰੂਲ ਹੈ ਵੇ ਹੈ ਆਰਟੀਕਲ ਦਾ ਉਹੀ ਰਹੂਗਾ, ਉਹ ਨਹੀਂ ਚੇਂਜ ਹੋਣ ਲੱਗਿਆ। ਤਾਂ ਇਹ ਨਾ ਸੋਚ ਕੇ ਚੱਲਿਓ ਕਿ ਜਦੋਂ ਮੈਂ ਚੇਂਜ ਮਤਲਬ ਜੇ ਮੈਂ ਦੁਬਾਰਾ ਦੱਸੂਗਾ ਤਾਂ ਚੇਂਜ ਕਰ ਦੂੰਗਾ, ਨਹੀਂ। ਜੋ ਤੁਸੀਂ ਨੋਟ ਕਰਨਾ ਉਹ ਸੇਮ ਰਹੂਗਾ, ਜਿਹੜਾ ਐਕਸਪਲੇਨੇਸ਼ਨ ਵਾਲਾ ਅੰਡਰਸਟੈਂਡਿੰਗ ਵਾਲਾ ਰਾਈਟ ਸਾਈਡ ਤੇ ਬ੍ਰੈਕਟ 'ਚ ਪਾਰਟ ਹੁੰਦਾ ਉਹ ਚੇਂਜ ਹੋ ਸਕਦਾ ਹੈ। ਦੈਨ ਅਗੇਨ ਆਪਣੇ ਕੋਲ dr/dt ਕਿਹਦੇ ਇਕੁਅਲ ਹੁੰਦਾ, ਵੈਲੋਸਿਟੀ। ਤਾਂ ਇਸ ਨੂੰ ਲਿਖ ਸਕਦੇ ਹਾਂ ਵੈਲੋਸਿਟੀ
ਇਨਟੂ ਮੋਮੈਂਟਮ ਕਿਹਦੇ ਇਕੁਅਲ ਹੁੰਦਾ ਹੈ, ਮਾਸ ਇਨਟੂ ਵੈਲੋਸਿਟੀ। ਹੁਣ ਜਦ ਸਾਰਾ ਕੁਝ ਸਿਸਟਮ ਆਪਣਾ ਵੈਕਟਰ ਸਾਈਨ ਦੇ ਵਿੱਚ ਚੱਲ ਰਿਹਾ, ਵੈਕਟਰ 'ਚ ਚੱਲ ਰਿਹਾ, ਆਪਾਂ ਇਹ ਵੀ ਵੈਕਟਰ 'ਚ ਰੱਖਦੇ ਹਾਂ ਤਾਂ v ਇੰਟੂ m ਇੰਟੂ v ਬਣ ਜਾਂਦਾ ਪਲੱਸ r ਇੰਟੂ ਆਪਣੇ ਕੋਲ dp ਬਾਈ dt ਹੁਣੀ ਦੱਸਿਆ ਸੀਗਾ ਚੇਂਜ ਰੇਟ ਆਫ ਚੇਂਜ ਆਫ ਲੀਨੀਅਰ ਮੋਮੈਂਟਮ ਕਿਹਦੇ ਕੋਲ ਹੁੰਦਾ ਫੋਰਸ ਦੇ, ਤੇ ਬਣ ਜੂ r ਕ੍ਰੋਸ f ਬਣ ਜੂਗਾ ਕਿਹਦੇ ਇਕੁਅਲ ਹੈ dl ਬਾਈ dt ਦੇ। ਇੰਨਾ ਸਟੈਪ ਕਲੀਅਰ ਨੋਟ ਕਰੋ ਐਂਡ ਜਿਸ ਨੂੰ ਕਨਫਿਊਜ਼ਨ ਹੁੰਦੀ ਹੈ ਨਾ ਉਹ ਪੁੱਛ ਲਿਆ ਕਰੋ ਪ੍ਰੈਫਰੇਬਲੀ। ਗगन गुरलीन आज है क्लास च? यस सर। यस। ख्वाहिश कितने चली गई सी या लेट हो गई ख्वाहिश? ख्वाहिश लेट क्यों एंट्री की बच्चे कि छाड़ता सीगा? तो अपने कोल हुण नैक्सट स्टैप च दोबारा देख लो ए क्रॉस बी अपने कोल हुंदा है ए बी साइन थीटा विद एन कैप, ठीक है। ये फॉर्मूला होंदा बाय डेफिनेशन अपने कोल ए क्रॉस ए करना है, ध्यान नाल देखियो की होगा ए इंटू ए ते ए दे एंगल की होगा साइन 0 तो साइन 0 कितना होंदा 0, मतलब दो सेम वैक्टर का जे आपां क्रॉस प्रोडक्ट करांगे दैट विल बी 0। तो अपने कोल v क्रॉस v की हो जाऊगा 0, ਜਿਹੜਾ मास है ਉਹਦਾ कांस्टेंट टर्म है उसनू बाहर रख लांगे। तो अपने कोल ਜਿਹੜੇ दो वैक्टर क्वांटिटीज हैं वो v ते v है, क्लीयर मेन ही है प्लस बाय डेफिनेशन r क्रॉस f ਕਿਹਦੇ ਕੋਲ ਹੁੰਦਾ ਟॉ ਦੇ, तो dl बाई dt ਕਿਹਦੇ ਕੋਲ ਹੋ ਜਾਊਗਾ ਟॉ ਦੇ। ਇਹੀ ਆਪਾਂ ਨੇ ਪ੍ਰੂਵ ਕਰਨਾ ਸੀਗਾ, तो इत्थे लिख लीए r क्रॉस f इज इक्वल टू टॉ। ਹੁਣ ਆਪਣੇ ਕੋਲ ਜਿੰਨਾ ਮੇਨ ਆਰਟੀਕਲ ਚ ਪਾਰਟ ਨਹੀਂ ਹੈ ਜਿੰਨਾ ਰਾਈਟ ਸਾਈਡ ਤੇ ਪਾਰਟ ਹੈ ਬਿਕੋਜ਼ ਕੁਆਂਟੀਟੀ ਜ਼ਿਆਦਾ ਹੈ ਐਕਸਪਲੇਨੇਸ਼ਨ ਵਾਲੀ, ਤਾਂ ਟਾਰਕ ਦੇ ਇਕੁਅਲ ਹੈ dl ਬਾਈ dt। ਇਹੀ ਆਪਾਂ ਨੇ ਪ੍ਰੂਵ ਕਰਨਾ ਸੀ that is torque it is equal to rate of change of angular momentum with respect to time। clear? ਪਲਕ ਹੈ ਅੱਜ ਕਲਾਸ ਚ? ਸਚਿਨ ਤਾਂ ਆ ਗਿਆ ਸੀਗਾ। यस। ਮਾਈਕ ਖਰਾਬ ਹੋ ਜਾਂਦਾ ਹੈ, ਨੈਟਵਰਕ ਖਰਾਬ ਹੋ ਜਾਂਦਾ ਹੈ। अच्छा आर्टिकल हुण क्लीयर है सारिਆਂ ਨੂੰ? ਹੁਣ ਤਾਂ ਕੋਈ ਪ੍ਰੋਬਲਮ ਨਹੀਂ। ਇਸ ਨੂੰ ਆਪਾਂ ਥਿਊਰੀ ਵਾਈਜ਼ ਲਿਖਾਂਗੇ ਟਾਰਕ ਇਜ਼ ਇਕੁਅਲ ਟੂ, ਨਾਲ ਨਾਲ ਨੋਟ ਕਰ ਲਓ, ਟਾਰਕ ਇਜ਼ ਇਕੁਅਲ ਟੂ ਰੇਟ ਆਫ ਚੇਂਜ ਆਫ ਐਂਗੂਲਰ ਮੋਮੈਂਟਮ with respect to time। तो अपने को टॉर्क के देख लो आ गया रेट ऑफ चेंज ऑफ एंगुलर मोमेंटम विद रिस्पेक्ट टू टाइम। सेम चीज़ है जो ऊपर अपन ने प्रूव किया वही अपन ने मैथमेटिकल वर्डिंग वाइज लिखा। तो नैक्सट अपने को न्यू टर्म आऊगी, न्यू टर्म आऊगी अपने को दिस इज कॉल्ड कपल। हुण एक अपने कोल रॉड है, रॉड कोई भी रॉड है उसके ऑपोजिट एंड्स के उत्ते सेम फोर्स लग रही है, ठीक है। उसके ऑपोजिट एंड्स के उत्ते सेम फोर्स लग रही होगी तो रॉड की करूगी ये सेंटर के दुआले रोटेट होनी स्टार्ट हो जू। क्लीयर सारिਆਂ ਨੂੰ? लेट्स से रॉड की लेंथ कितनी है r, तो इस फोर्स जब फोर्सिस ऑपोजिट एंड से लगणगियां, ठीक है, ऑपोजिट डायरैक्शन च लगणगियां, एरो रिवर्स कर लो, चाहे एरो रिवर्स कर लेने आप, इसको आप एवं मार्क कर लेने एफ। तेरे करा की रहे हो एक कपल की डेफिनेशन है, टर्म है कपल, वो डेफिनेशन है कि जो अपने को एक रॉड के उत्ते एंड एजिस के उत्ते इक्वल फोर्सिस लगन तो वो की होंगी कपल होंगी है, ठीक है। नॉर्मली अपने को क्या आ जाऊगा इस च जे आप इस पर्टिकुलर सिस्टम का टॉर्क फाइंड करनी हो, ध्यान नाल देखो जेड़ा अपने को ए पॉइंट ते बी पॉइंट है, ए पॉइंट ते जिहड़ी टॉर्क है वो उसनू क्लॉकवाइज रोटेट कर रही है, सारिਆਂ ਨੂੰ क्लीयर। तो उसनू की करूगी टॉर्क नू बॉडी नू क्लॉकवाइज रोटेट करो। सिमिलरली जिहड़ा पॉइंट पी ते है वो भी किवें करू क्लॉकवाइज रोटेट करो, सारिਆਂ ਨੂੰ क्लीयर है। तो नैट टॉर्क कितनी हो जूगी, टोटल टॉर्क कितनी हो जू कल कितनी सी टॉ 1 प्लस टॉ 2, बिकॉज दोनों की एक दूजे के
डायरैक्शन ऑपोजिट है फोर्स एक्टिंग दी, बट वो रोटेशन सेम करा रहे हैं, ठीक है, क्योंकि एंड्स अलग अलग ने, एक्शन ऑफ फोर्स अलग अलग पॉइंट ते हो रही है। तो फर्स्ट वाला क्या है, एफ इंटू पॉइंट ओ हिंज पॉइंट है, आ पॉइंट हिंज है, ए पॉइंट ओ है, इतने एक फोर्स लग रही है जो ऊपर खिंच रही है, इतने फोर्स लग रही है नीचे खिंच रही है, तो बॉडी एवं रोटेट करो, ठीक है। सर हाँ जी, AB ਤੇ AO ਦੀ ਵੈਲਿਊ ਦੋਨੋਂ R ਨੇ ए ओ ਦੀ ਵੈਲਿਊ ਮੈਂ ਗਲਤ ਮਾਰਕ ਆ ਗਿਆ, ਯੈਸ ਇੱਥੇ r/2 ਲਿਖਣਾ ਸੀ, r ਕਰ ਗਿਆ ਮੈਂ, ਇੱਥੇ AO ਦੀ ਵੈਲਿਊ r/2 ਆਊਗੀ, ਸਿਮਿਲਰਲੀ OB ਵੀ r/2 ਹੋ ਜਾਊਗਾ, ਕਿਉਂਕਿ AB ਦੀ ਲੈਂਥ ਆਪਾਂ ਨੇ r ਲਿੱਤੀ ਹੈ, ਠੀਕ ਹੈ ਕਲੀਅਰ। ਹੁਣ ਫੋਰਸ ਇਨਟੂ ਡਿਸਟੈਂਸ ਕਿੰਨਾ ਪਰਪੈਂਡੀਕੂਲਰ, ਦੈਟ ਇਜ਼ r/2 ਪਲੱਸ ਕਿਉਂ ਕੀਤਾ, ਕਿਉਂਕਿ ਪੁਆਇੰਟ A ਵਾਲੀ ਫੋਰਸ ਉਸ ਨੂੰ ਬੋਡੀ ਨੂੰ ਕਲੌਕਵਾਈਜ਼ ਰੋਟੇਟ ਕਰ ਰਹੀ ਹੈ, ਪੁਆਇੰਟ B ਵਾਲੀ ਵੀ ਕਲੌਕਵਾਈਜ਼ ਰੋਟੇਟ ਕਰ ਰਹੀ ਹੈ, ਤਾਂ ਪੁਆਇੰਟ B ਵਾਲੀ ਕੀ ਆਊਗਾ, ਫੋਰਸ ਇਨਟੂ r/2, ਤਾਂ ਆਪਣੇ ਕੋਲ ਕੀ ਆ ਜੂ एफ आर कॉमन, अंदर की वजह 1/2 प्लस 1/2, तो एक ही बनना होंगे एफ इंटू आर। तो जी टॉर्क बनती है इसनों आप कह दें कपल कह दें, दैट इज़ प्रोडक्ट ऑफ आइदर ऑफ द फोर्स इंटू डिस्टेंस बिटवीन द टू फोर्सेस। लिखवानी है थ्योरी वगैरह, हाल तो मैथमेटिकल पार्ट नोट करो, एक्सप्लेनेशन की है रैदर दैन कला रट्टा मारन की बजाय कि कपल जो है वो जो कपल है दैट इज़ फोर्स इंटू डिस्टेंस, कि फोर्स दोनों साइड से लग रही है, कोई भी एक फोर्स, डिस्टेंस कि दोनों फोर्सेस के विचकार ला। ਹੁਣ ਇਹ ਵੈਲਿਊ ਆਈ ਕਿੱਥੋਂ, ਇਹ ਵੈਲਿਊ ਇੱਥੋਂ ਆਈ ਨੀਚੇ ਜੋ ਆਪਾਂ ਨੇ ਪ੍ਰੂਵ ਕੀਤਾ ਟੋ 1 ਤੇ ਟੋ 2, ਬਿਕੋਜ਼ ਜਿਹੜਾ ਰੋਟੇਟਿੰਗ ਪੁਆਇੰਟ ਹੈ ਜਿਸ ਐਕਸਿਸ ਦੇ ਦੁਆਲੇ ਬੋਡੀ ਰੋਟੇਟ ਕਰੂਗੀ ਦੈਟ ਇਜ਼ ਪੁਆਇੰਟ O। ਮੈਥਮੈਟੀਕਲ ਪਾਰਟ ਸਾਰਿਆਂ ਨੂੰ ਕਲੀਅਰ ਬੱਚੇ, ਠੀਕ ਹੈ। ਤਾਂ ਆਪਣੇ ਕੋਲ ਜਿਹੜੀ ਇਹਦੀ ਥਿਊਰੀ ਬਣਦੀ ਹੈ, ਥਿਊਰੀ ਜੋ ਆਪਾਂ ਨੇ ਇੱਥੇ ਡਿਰਾਈਵ ਕੀਤਾ ਉਸ ਦੀ ਆਪਾਂ ਵਰਡਿੰਗ ਲਿਖਣੀ ਹੈ, ਇਫ two equal and opposite forces act on a body along two parallel lines। ਹੁਣ ਧਿਆਨ ਨਾਲ ਦੇਖੋਗੇ F ਤੇ F ਦੋਨੇ ਕੀ ਲੱਗ ਰਹੇ ਨੇ, parallel lines ਨੇ, ਠੀਕ ਹੈ, parallel lines and they don't have same line of action, तो ना line of action same नहीं है, then they form couple, they produce couple कह सकते हैं, they form couple कह सकते हैं। ਤਾਂ wording ਕੀ ਆਪਣੇ ਕੋਲ, ਜੇ ਇੱਕ ਬੋਡੀ ਦੇ ਉੱਤੇ ਦੋ ਆਪੋਜ਼ਿਟ ਪੁਆਇੰਟਸ ਦੇ ਉੱਤੇ ਪੈਰਲਲ ਚ ਫੋਰਸਿਸ ਲੱਗਣ ਇਨ ਆਪੋਜ਼ਿਟ ਡਾਇਰੈਕਸ਼ਨ, ਫੋਰਸਿਸ ਇਕੁਅਲ ਹੋਣ, ਤਾਂ ਉਹ ਕੀ ਬਣਨਗੇ, ਕਪਲ ਫਾਰਮ ਕਰਨਗੇ। ਲਾਈਨ ਆਫ ਐਕਸ਼ਨ ਕੀ ਹੁੰਦਾ ਆਪਣੇ ਕੋਲ, ਧਿਆਨ ਨਾਲ ਦੇਖੋ, ਆਪਣੇ ਕੋਲ ਇੱਕ ਰੋਡ ਹੈ, ਰੋਡ ਦੇ ਉੱਤੇ ਮੈਂ ਉੱਪਰ ਫੋਰਸ ਲਗਾਤੀ 10 ਨਿਊਟਨ ਇਸ ਪੁਆਇੰਟ ਦੇ ਉੱਤੇ, ਜੇ ਇਸੇ ਪੁਆਇੰਟ ਦੇ ਉੱਤੇ ਨੀਚੇ ਨੂੰ 10 ਨਿਊਟਨ ਲਗਾਦਾ ਤਾਂ ਦੋਨੇ ਫੋਰਸਿਸ ਦਾ ਲਾਈਨ ਆਫ ਐਕਸ਼ਨ ਕੀ ਹੈ, ਸੇਮ ਹੈ। ਤਾਂ 10 ਨਾਲ ਲਾਈਨ ਆਫ ਐਕਸ਼ਨ ਸੇਮ ਹੈ, ਬਟ 10 ਦਾ 5 ਨਿਊਟਨ ਨਾਲ ਲਾਈਨ ਆਫ ਐਕਸ਼ਨ ਡਿਫਰੈਂਟ ਹੈ। ਲਾਈਨ ਆਫ ਐਕਸ਼ਨ ਕੀ ਹੁੰਦਾ, ਜਿਸ ਪੁਆਇੰਟ ਦੇ ਅਲੋਂਗ ਫੋਰਸ ਐਕਟ ਕਰਦੀ ਹੈ ਉਸ ਤੋਂ ਸੇਮ ਆਪੋਜ਼ਿਟ ਡਾਇਰੈਕਸ਼ਨ 'ਚ ਹੈ ਫੋਰਸ, ਜਾਂ ਫਿਰ ਥੋੜੀ ਦੂਰੀ 'ਤੇ ਹੈ। ਜੇ ਥੋੜੀ ਦੂਰੀ 'ਤੇ ਹੈ ਦੈਨ ਇਟ ਇਜ਼, ਤਾਂ ਕੀ ਕਹਾਂਗੇ ਆਪਾਂ, ਲਾਈਨ ਆਫ ਐਕਸ਼ਨ ਡਿਫਰੈਂਟ ਹੈ। ਜੇ ਸੇਮ 'ਤੇ ਹੈ ਤਾਂ ਆਪਾਂ ਕਹਾਂਗੇ ਲਾਈਨ ਆਫ ਐਕਸ਼ਨ ਸੇਮ ਹੈ। ਕਲੀਅਰ ਸਾਰਿਆਂ ਨੂੰ। ਸਰ ਸੇਮ ਕੇਸ ਐਂਟੀ ਕਲੌਕਵਾਈਜ਼ ਵੀ ਹੋਊਗਾ। ਸੇਮ ਕੇਸ ਕਿਵੇਂ ਕਹਿ ਰਹੇ ਹੋ ਬੱਚੇ, ਆ ਦੇਖੋ ਜਿਹੜੀ ਆਹ ਵਾਲੀ ਬੋਡੀ ਹੈ ਤੇ ਕਲੌਕਵਾਈਜ਼, ਚਾਹੇ ਉਹ ਕਲੌਕਵਾਈਜ਼ ਰੋਟੇਟ ਕਰੇ ਚਾਹੇ ਐਂਟੀ ਕਲੌਕਵਾਈਜ਼ ਕਰੇ, ਉਹ ਕੋਈ ਚੱਕਰ ਨਹੀਂ ਹੈ। ਆਪਾਂ ਨੇ ਸਿਰਫ ਇਹ ਦੇਖਣਾ ਹੈ ਕਿ ਕਪਲ ਦਾ ਮਤਲਬ ਕੀ ਹੈ, ਇਕੁਅਲ ਫੋਰਸਿਸ ਨੇ, ਦੋ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਇੱਕ ਬੋਡੀ ਤੇ ਲੱਗ ਰਹੇ ਨੇ ਤੇ ਉਹਨਾਂ ਦਾ ਸੇਮ ਪੁਆਇੰਟ ਆਫ ਐਕਸ਼ਨ ਡਿਫਰੈਂਟ ਹੈ, ਸੇਮ ਪੁਆਇੰਟ ਆਫ ਐਕਸ਼ਨ ਨਹੀਂ ਹੈ, ਐਵੇਂ ਵੀ ਕਹਿ ਸਕਦੇ, ਇੱਕੋ ਗੱਲ ਹੈ, ਠੀਕ ਹੈ। ਤਾਂ ਉਹ ਕਲੌਕਵਾਈਜ਼ ਰੋਟੇਟ ਵੀ ਕਰਾ ਸਕਦਾ ਬੋਡੀ ਨੂੰ, ਉਹ ਐਂਟੀ ਕਲੌਕਵਾਈਜ਼ ਵੀ ਰੋਟੇਟ ਕਰਾ ਸਕਦਾ ਬੋਡੀ ਨੂੰ, ਕੋਈ ਡਿਫਰੈਂਸ ਨਹੀਂ ਹੈ। ਸਟੇਟਮੈਂਟ ਕਲੀਅਰ ਸਾਰਿਆਂ ਨੂੰ। ਯੈਸ ਸਰ। ਹੁਣ ਇਹਦੇ ਵਿੱਚ ਆਪਣੇ ਕੋਲ ਇੱਕ ਵਰਡ ਆਉਂਦਾ, ਨੋਟ ਤੁਸੀਂ ਨਾਲ ਕਰੀ ਚਲੋ, ਐਕਸਪਲੇਨੇਸ਼ਨ ਤਾਂ ਇਹ ਲੈਂਥੀ ਚੱਲੀ ਜੂਗੀ, ਸੁਣੀ ਚੱਲੋ, ਜੇ ਕਨਫਿਊਜ਼ਨ ਹੁੰਦੀ ਹੈ ਪੁੱਛ ਲਓ, ਠੀਕ ਹੈ। ਜਿਸ ਦੀ ਐਗਜ਼ਾਮਪਲ ਦੀ ਰਿਕੁਆਇਰਮੈਂਟ ਹੋਊਗੀ ਆਈ ਵਿਲ ਪੁੱਟ ਦ ਐਗਜ਼ਾਮਪਲ ਆਫ ਦੈਟ ਪਾਰਟੀਕੂਲਰ ਪਾਰਟ। ਤਾਂ ਆਪਣੇ ਕੋਲ ਇੱਕ ਵਰਡ ਆਉਂਦਾ, ਕੀ ਹੋਇਆ ਇਹ, ਕੀ ਬੋਲ ਰਹੇ ਹੋ, सर जो लाइन लिखी है, they do not have same line of action, सर ये वाली नहीं समझ आई।
ਸੇਮ ਲਾਈਨ ਆਫ ਐਕਸ਼ਨ ਇੱਥੇ ਐਕਸਪਲੇਨ ਨਹੀਂ ਕੀਤਾ ਕਿ ਜਿਹੜਾ ਉੱਪਰ 10 ਨਿਊਟਨ ਹੈ ਨੀਚੇ 10 ਨਿਊਟਨ ਲੱਗ ਰਿਹਾ ਤਾਂ ਇਹਨਾਂ ਦਾ ਲਾਈਨ ਆਫ ਐਕਸ਼ਨ ਸੇਮ ਹੈ। ਇੱਕ ਪੁਆਇੰਟ ਤੇ ਉੱਪਰ ਨੀਚੇ ਸੇਮ ਫੋਰਸਿਸ ਲੱਗਣ, ਮਤਲਬ ਸੌਰੀ ਇੱਕ ਪੁਆਇੰਟ ਦੇ ਉੱਤੇ ਉੱਪਰ ਨੀਚੇ ਫੋਰਸਿਸ ਦੀ ਮੈਗਨੀਟਿਊਡ ਜੋ ਮਰਜ਼ੀ ਹੋਵੇ ਬਟ ਐਕਸ਼ਨ ਆਫ ਲਾਈਨ ਆਫ ਐਕਸ਼ਨ ਸੇਮ ਹੋਵੇ। ਆਹ ਲਾਈਨ ਆਫ ਐਕਸ਼ਨ ਸੇਮ ਹੈ ਇੱਕ ਲਾਈਨ ਦੇ ਅਕ੍ਰੋਸ। ਹੁਣ ਆਹ 10 ਨਿਊਟਨ ਤੇ ਆਹ 5 ਨਿਊਟਨ ਦਾ ਲਾਈਨ ਆਫ ਐਕਸ਼ਨ ਡਿਫਰੈਂਟ ਹੈ। ਉੱਪਰ ਵਾਲੇ 'ਚ ਵੀ ਕੀ ਸੀਗਾ, ਲਾਈਨ ਆਫ ਐਕਸ਼ਨ ਡਿਫਰੈਂਟ ਸੀ ਕਿਉਂਕਿ ਇੱਕ ਆਪਣੇ ਕੋਲ ਲੈਫਟ ਸਾਈਡ ਤੇ ਲੱਗ ਰਹੀ ਸੀ, ਇੱਕ ਰਾਈਟ ਸਾਈਡ ਤੇ ਲੱਗ ਰਹੀ ਸੀ। ਕਲੀਅਰ? ਸਰ ਹਾਂਜੀ ਸਰ ਜੀ ਇੱਕ ਫੋਰਸ ਐਂਟੀ ਕਲੌਕਵਾਈਜ਼ ਹੋਵੇ ਤੇ ਇੱਕ ਕਲੌਕਵਾਈਜ਼ ਹਾਂ ਦੈਨ ਸਹੀ ਹੈ। ਫਿਰ ਇੱਕ ਫੋਰਸ ਐਂਟੀ ਕਲੌਕਵਾਈਜ਼ ਹੈ, ਇੱਕ ਨਹੀਂ ਫੋਰਸਿਸ ਜਿਹੜੀਆਂ ਨੇ ਫਿਰ ਉਹ ਕਪਲ ਨਹੀਂ ਬਣੂਗਾ, ਫਿਰ ਰੋਟੇਸ਼ਨ ਨਹੀਂ ਹੋਊਗੀ। ਉਹਦੇ 'ਚ ਚੱਕਰ ਕੀ ਪਊਗਾ, ਆਹ ਦੇਖ ਲਓ ਦੈਨ ਵਾਲਿਓ। ਜੇ ਆਪਾਂ ਇੱਕ ਫੋਰਸ ਐ ਲਗਾ ਦਈਏ, ਇਹ ਮਤਲਬ ਬਾਡੀ ਨੂੰ ਇਸ ਸਾਈਡ ਨੂੰ ਰੋਟੇਟ ਕਰੂ, ਆ ਪੁਆਇੰਟ ਹਿੰਜਦਾ ਹੈ। ਇੱਕ ਫੋਰਸ ਐ ਲਗਾ ਦਈਏ, ਇਹ ਬਾਡੀ ਨੂੰ ਐਂਟੀ ਕਲੌਕਵਾਈਜ਼ ਰੋਟੇਟ ਕਰੂ, ਤਾਂ ਬਾਡੀ ਰੋਟੇਟ ਹੀ ਨਹੀਂ ਕਰਨੀ। ਜਦ ਬਾਡੀ ਰੋਟੇਟ ਹੀ ਨਹੀਂ ਕਰਨੀ ਤਾਂ ਕਪਲ ਕੀ ਹੋ ਜੂ, ਜ਼ੀਰੋ। ਤਾਂ ਕਪਲ ਹੈ ਹੀ ਨਹੀਂ। ਕਪਲ ਦਾ ਪਰਪਸ ਕੀ ਹੈ, ਬਾਡੀ ਨੂੰ ਰੋਟੇਟ ਕਰਾਉਣਾ। ਹਾਂਜੀ ਬਟ ਸਰ ਰੋਟੇਸ਼ਨ ਤਾਂ ਉਹਦੇ ਤੇ ਡਿਪੈਂਡ ਕਰੂ ਜੀ ਫੋਰਸ ਜ਼ਿਆਦਾ ਹੈ। ਫੋਰਸਿਸ ਇਕੁਅਲ ਚਾਹੀਦੀਆਂ ਨੇ, ਤਾਂ ਹੀ ਇੱਥੇ ਆਪਾਂ ਨੇ ਵਰਡ ਯੂਜ਼ ਕੀਤਾ ਇਕੁਅਲ ਐਂਡ ਆਪੋਜ਼ਿਟ ਫੋਰਸਿਸ। ਇਹ ਪ੍ਰੋਪਰਟੀਜ਼ ਹੈ ਇਹਨਾਂ ਦੀਆਂ। ਇੱਕ ਹੀ ਕਰਕੇ ਸਰ ਪੁੱਛੋ। ਕਪਲ ਤਾਂ ਹੋਊਗਾ, ਕਪਲ ਦਾ ਸਰ ਤਾਂ ਹੋਊਗਾ ਜੇ ਡਾਇਰੈਕਸ਼ਨ ਦੋਨੋਂ ਸੇਮ ਹੋਣਗੇ, ਜਾਂ ਤਾਂ ਕਲੋਕਵਾਈਜ਼ ਜਾਂ ਐਂਟੀ ਕਲੋਕਵਾਈਜ਼। ਹਾਂ ਬਿਲਕੁਲ ਸਹੀ ਹੈ, ਕਿਉਂਕਿ ਜੇ ਡਾਇਰੈਕਸ਼ਨ ਆਪੋਜ਼ਿਟ ਹੋ ਜਾਂਦੀ ਹੈ ਤਾਂ ਉਹ ਰੋਟੇਟ ਹੀ ਨਹੀਂ ਕਰਨੀ। ਜੇ ਰੋਟੇਟ ਨਹੀਂ ਕਰੂ ਕਪਲ ਕਿੰਨੀ ਹੈ, ਜ਼ੀਰੋ। ਫਿਰ ਜ਼ੀਰੋ ਹੈ ਨਾ। ਹਾਂ ਹਾਂ ਫਿਰ ਜ਼ੀਰੋ ਹੈ। ਦਾਨਿਸ਼ ਤੁਸੀਂ ਕੀ Okay. ਪੁੱਛਿਆ ਸੀ ਬੱਚੇ? ਇਹ ਪੁੱਛਿਆ ਜੀ ਸਰ ਚਲੋ ਕਿ ਦੋਨੋਂ ਇਕੁਅਲ ਹੋਣਗੀਆਂ ਕਿ ਆਪੋਜ਼ਿਟ? ਦੋਨੋਂ ਫੋਰਸਿਸ ਆਪੋਜ਼ਿਟ ਹੋਣਗੀਆਂ ਬਟ ਦੋਨਾਂ ਦੀ ਡਾਇਰੈਕਸ਼ਨ ਜਿਹੜੀ ਉਹ ਰੋਟੇਸ਼ਨ ਬਾਡੀ ਨੂੰ ਰੋਟੇਟ ਕਰਨ ਦੀ ਉਹ ਸੇਮ ਹੋਣੀ ਚਾਹੀਦੀ ਹੈ, ਤਾਂ ਕਪਲ ਐਗਜ਼ਿਸਟ ਕਰੂ। ਅਦਰਵਾਈਜ਼ ਕਪਲ ਆਪਾਂ ਜ਼ੀਰੋ ਕਹਾਂਗੇ। ਠੀਕ ਹੈ। ਹੁਣ ਆਪਣੇ ਕੋਲ ਵਰਡ ਆਉਂਦਾ ਇਕੁਇਲਿਬਰੀਅਮ। ਇਕੁਇਲਿਬਰੀਅਮ ਦਾ ਮਤਲਬ ਹੁੰਦਾ ਬੈਲੈਂਸ। ਹੁਣ ਬੈਲੈਂਸ ਦੇ ਵਿੱਚ ਕੀ ਹੈ, ਇੱਕ ਤਾਂ ਆਪਾਂ ਨੂੰ ਚਾਹੀਦਾ ਟੋਟਲ ਫੋਰਸ, ਨੈਟ ਫੋਰਸ ਕਹਾਂਗੇ ਜਿਸ ਨੂੰ। ਨੈਟ ਫੋਰਸ ਜ਼ੀਰੋ ਚਾਹੀਦੀ ਹੈ ਸਿਸਟਮ ਦੇ ਉੱਤੇ, ਤਾਂ ਆਪਣਾ ਸਿਸਟਮ ਇਕੁਅਲ ਹੋਊਗਾ। ਇੱਕ ਆਪਣੇ ਕੋਲ ਨੈਟ ਟਾਰਕ ਜ਼ੀਰੋ, ਮਤਲਬ ਬॉडी रोटेट ना करे। फोर्स जीरो का मतलब डू नॉट मूव, नाला नोट कर चलो। टॉर्क जीरो का मतलब क्या है, डू नॉट रोटेट। ठीक है, जैसन है क्लास च? हाँ जी सर। समझ आ रहा है? चलो हाँ जी सर आ रही। सचिन नाला नोट करो सारे जो मैं दसिया। थ्योरी तो लिखवानी है। यस सर आ रहे समझ। पलक चलो इत्थे देख लो। इक्विलिब्रियम का मतलब होंगे जे टोटल सबमिशन एक 10 से तुसी किता होगा, सबमिशन का मतलब टोटल। जे टोटल फोर्स सिस्टम से जीरो है एंड टोटल टॉर्क सिस्टम से जीरो है, दैन आपां की कहने होने कि बॉडी की है इक्विलिब्रियम दे विच है। ठीक है, जे टोटल फोर्स जीरो है, टोटल टॉर्क जीरो है, दैन सिस्टम इज सेट टू बी इन इक्विलिब्रियम। ना तो मूव करूगा तो ना ही ये रोटेट करूगा। तो डेफिनेशन लिख लो यदि। ठीक है, अपने को इक्विलिब्रियम है, अ सिस्टम इज said to be in equilibrium। आज चैप्टर मैं ट्राई करूंगा ये वाला पोर्शन कंप्लीट करने का, इक्विलिब्रियम। इफ net force and net torque on the system is zero। जे net force zero होगी तो net torque zero होगी, then system is said to be in equilibrium। clear? सर थोड़ी वीडियो पॉज हो गई। वीडियो पॉज होगी? वीडियो मेरे वाली साइड पे तो चल रही है बच्चे। क्लियर है। मेन स्क्रीन चलनी चाहिए तो मेन ऑडियो क्लीयर होनी चाहिए, तो ही चीज़ां समझ आनियां ने। वीडियो विच कदी कदी हो जाती है, तो हो जाती है, की कह सकते हैं आप उसनूं।
ਨੋਟ ਹੋ ਗਿਆ ਨਾ। ਤਾਂ ਨੈਕਸਟ ਆਪਣੇ ਕੋਲ ਅਗੇਨ ਆਰਟੀਕਲ ਹੈ। ਅੱਛਾ 10 ਮਿੰਟ ਦੇ ਵਿੱਚ ਵੀਡੀਓ ਬੰਦ ਹੋਊਗੀ ਆਪਣੇ ਆਪ, ਠੀਕ ਹੈ। ਤਾਂ ਗਰੁੱਪ 'ਚ ਜਾ ਕੇ ਲਿੰਕ 'ਤੇ ਕਲਿੱਕ ਕਰੋਗੇ, ਆਪਣਾ ਕਨੈਕਟ ਹੋ ਜਾਊਗਾ ਸੇਮ 'ਤੇ। ਸਰ ਹਾਂਜੀ ਸਰ ਮਤਲਬ ਇਕੁਇਲਿਬਰੀਅਮ ਉਹੀ ਕੇਸ ਹੈ ਜਿਹਦੇ ਵਿੱਚ ਜਾਂ ਤਾਂ ਦੋਨੋਂ ਫੋਰਸਿਸ ਕਲੌਕਵਾਈਜ਼ ਹੋਣ ਜਾਂ ਐਂਟੀ ਕਲੌਕਵਾਈਜ਼। ਯੈਸ ਬਿਲਕੁਲ ਸਹੀ ਹੈ। ਤਾਂ ਟੋਟਲ ਰੋਟੇਟ ਨਹੀਂ ਹੋਊਗਾ ਨਾ। ਨੈਟ ਦਾ ਮਤਲਬ ਕੀ ਬਣ ਗਿਆ ਆਹੀ ਕਿ ਇੱਕ ਕਲੌਕਵਾਈਜ਼ ਇੱਕ ਐਂਟੀ ਕਲੌਕਵਾਈਜ਼ ਹੈ, ਤਾਂ ਰੋਟੇਸ਼ਨ ਕਿੰਨੀ ਹੋ ਜੂਗੀ 0। ਨੈਟ ਫੋਰਸ 0 ਦਾ ਮਤਲਬ ਹੈ ਆਪਣੇ ਕੋਲ ਇੱਕ ਬॉडी ਹੈ, ਇਸ ਤੇ 10 ਨਿਊਟਨ ਇੱਧਰ ਲਗਾਤੀ, 10 ਨਿਊਟਨ ਨੀਚੇ ਲਗਾਤੀ, 0 ਹੈ। ਇਸ 'ਚ ਫੋਰਸ ਵੀ 0 ਹੈ, ਬਟ ਇਹ ਰੋਟੇਟ ਕਰੂਗੀ। ਜੇ ਆਪਾਂ ਇਸ ਨੂੰ ਫੋਰਸ ਨੂੰ ਇੱਥੇ ਲਾ ਦਈਏ, ਆਪਾਂ ਇਹ ਆਹ ਵਾਲੀ ਫੋਰਸ ਨੂੰ ਚੱਕ ਕੇ ਨੀਚੇ ਕਰ ਦਈਏ, ਸੇਮ ਲਾਈਨ ਆਫ ਐਕਸ਼ਨ ਹੋ ਜਾਵੇ 10 ਨਿਊਟਨ ਦਾ, ਤਾਂ ਨਾ ਤਾਂ ਇਹ ਰੋਟੇਟ ਕਰੂਗੀ ਨਾ ਹੀ मूव करूँगी। तो नैट फोर्स 0 है क्योंकि अपवर्ड जिनी फोर्स है डाउनवर्ड फोर्स इक्वल है। रोटेट करती नहीं है तो टॉर्क 0 हो जाऊगा। क्लियर। फिर अपने को आओ। हाँ जी सर डिस्टेंस 0 होगा इस यस, जे डिस्टेंस 0 होगा ताई ਜਿਹੜਾ ਹੈਗਾ ਉੱਥੇ ਟਾਰਕ 0 ਹੋਊਗੀ। ਜੇ ਡਿਸਟੈਂਸ 0 ਨਹੀਂ ਹੋਊਗਾ ਤਾਂ ਉਹ ਰੋਟੇਟ ਕਰ ਜੂ ਬੋਡੀ। ਆਪਾਂ ਕੁਐਸਚਨਸ ਕਰਾਂਗੇ ਇਹਦੇ ਨਾਲ ਦੇ, ਠੀਕ ਹੈ। ਆਰਟੀਕਲਸ ਵੀ ਕਰਨੇ ਆ, ਇਹ ਬੇਸਿਕ ਚੀਜ਼ਾਂ ਨੇ ਸਾਰੀਆਂ। ਤੇ ਕੁਐਸਚਨਸ ਦੀ ਪ੍ਰੈਕਟਿਸ ਕਰਿਓ, ਚਾਹੇ ਮੇਰੇ ਤੋਂ ਛੁੱਟੀ ਲੈ ਲਿਓ, ਜਿਵੇਂ ਮਰਜ਼ੀ ਕਰਿਓ, ਮੈਨੂੰ ਨਹੀਂ ਮੈਟਰ ਕਰਦਾ ਹੈਗਾ। ਮੈਨੂੰ ਤੁਹਾਡਾ ਪ੍ਰੈਕਟਿਸ ਕੀਤੀ ਹੋਈ ਚਾਹੀਦੀ ਹੈ ਸਾਰਿਆਂ ਦੀ, ਕਿ ਸਾਰਿਆਂ ਨੇ ਇੱਕ ਵਾਰ ਆਪਣੇ ਹੱਥੋਂ ਕੱਢੇ ਹੋਣੇ ਚਾਹੀਦੇ ਕੁਐਸਚਨਸ। ਫਿਜ਼ੀਕਲ ਸਿਗਨੀਫੀਕੈਂਸ ਆਫ ਐਂਗੂਲਰ ਮੋਮੈਂਟਮ ਨੈਕਸਟ ਆਰਟੀਕਲ ਹੈ। ਤਾਂ ਐਂਗੂਲਰ ਮੋਮੈਂਟਮ ਦਾ ਫਿਜ਼ੀਕਲ ਸਿਗਨੀਫੀਕੈਂਸ ਕੀ ਹੈ, ਆਪਾਂ ਨੇ ਇਹ ਫਾਈਂਡ ਕਰਨਾ। ਜੀ ਦੁਬਾਰਾ ਦੱਸੋ ਸਰ, ਕਿਹੜੇ ਕੁਐਸਚਨ ਸੋਲਵ ਕਰਨੇ ਹੈ? ਇੱਕ ਤਾਂ ਬੱਚੇ ਆਪਣੇ ਕੋਲ ਕ੍ਰਾਸ ਪ੍ਰੋਡਕਟ ਵਾਲੇ ਕੁਐਸਚਨਸ ਨੇ, ਦੂਸਰਾ ਆਪਣੇ ਕੋਲ ਆਹ ਵਾਲੇ ਜਿੰਨੇ ਵੀ ਆਪਾਂ ਨੇ ਆਰਟੀਕਲਸ ਕੀਤੇ ਆ, ਟਾਰਕ ਵਾਲਾ ਹੋ ਗਿਆ, ਰੋਟੇਸ਼ਨਲ ਵਾਲਾ ਹੋ ਗਿਆ, ਠੀਕ ਹੈ। ਬਾਕੀ ਮੈਂ ਕਲਾਸਿਸ ਤੋਂ ਬਾਅਦ ਫ੍ਰੀ ਹੋ ਕੇ ਆਪਣਾ ਤੁਹਾਨੂੰ ਗਰੁੱਪ 'ਚ ਦੱਸ ਦੂੰਗਾ ਐਗਜ਼ੈਕਟ ਬੁੱਕ ਵਿੱਚੋਂ ਕਿਹੜੇ ਨੇ। ਸਰ ਮਾਡਰਨ ਚੋਂ ਕਰਨੇ ਦੋਨਾਂ ਦੇ? ਹਾਂਜੀ ਬੱਚੇ ਮਾਡਰਨ 'ਚ ਹੀ ਕਰਨੇ ਆ। ਤਾਂ ਆਪਣੇ ਕੋਲ ਇੱਕ ਸਿਸਟਮ ਹੈ XYZ ਸਿਸਟਮ ਹੈ, ਆਰਟੀਕਲ ਹੈ ਇਹ ਸਾਰਾ ਦਾ ਸਾਰਾ, ਠੀਕ ਹੈ। ਤੇ ਇਹਦੇ ਵਿੱਚ ਆਪਣੇ ਕੋਲ ਕੀ ਹੈ, ਆਪਣੇ ਕੋਲ ਇੱਕ ਪੁਆਇੰਟ A ਹੈ ਜਿਹਦਾ ਵੈਕਟਰ ਕੀ ਹੈ R, ਠੀਕ ਹੈ। T इज इक्वल टू 0 ਤੇ ਬੋਡੀ ਕਿੱਥੇ ਹੈ R ਤੇ T इज इक्वल टू 0 ਤੇ ਬੋਡੀ ਪੁਆਇੰਟ A ਤੇ ਹੈ ਜਿਹਦਾ ਪੋਜੀਸ਼ਨ ਵੈਕਟਰ R। ਹਾਂਜੀ वर्टिकल एक्स एक्सिस सॉरी वाई एक्सिस नहीं ਹੁੰਦਾ ਹੈਗਾ। ਜਦੋਂ ਆਪਾਂ 3 ਲੈਂਦੇ ਆ ਨਾ ਬੱਚੇ, ਉਸ ਮੂਵਮੈਂਟ ਤੇ ਆਹ ਵਾਲੇ ਪਲੇਨ ਨੂੰ ਆਪਾਂ XY ਲੈਂਦੇ ਆ ਤੇ ਵਰਟੀਕਲ ਵੱਲ ਨੂੰ Z ਕਰ ਲੈਂਦੇ ਆ। ਜਦੋਂ ਆਪਾਂ ਇਕੱਲਾ XY ਦੀ ਗੱਲ ਕਰਦੇ ਹੁੰਦੇ ਆ, ਉਸ ਮੂਵਮੈਂਟ ਤੇ X ਆਪਣੇ ਕੋਲ X ਐਕਸਿਸ ਹੋਰੀਜ਼ੋਨਟਲ ਹੋ ਜਾਂਦਾ ਹੈ, ਵਰਟੀਕਲ Y ਲੈਂਦੇ ਹੁੰਦੇ ਆ। ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ, ਠੀਕ ਹੈ। ਬਟ ਆਪਾਂ ਜਿਹੜਾ ਤੁਹਾਡੀ ਨੋਟਬੁੱਕ ਦਾ ਪਲੇਨ ਹੈ ਆਹ ਵਾਲਾ, ਠੀਕ ਹੈ, ਆਹ ਵਾਲਾ ਹੋਰੀਜ਼ੋਨਟਲ ਪਲੇਨ ਇਹ XY ਪਲੇਨ ਹੈ, ਇਸ ਲਈ ਵਰਟੀਕਲ ਨੂੰ ਆਪਾਂ Z ਕਹਿ ਦਿੰਦੇ ਹੁੰਦੇ ਆ। ਤਾਂ ਆਪਣੇ ਕੋਲ T इज इक्वल टू 0 ਤੇ ਬੋਡੀ ਕਿੱਥੇ ਪੁਆਇੰਟ A ਤੇ ਪੋਜੀਸ਼ਨ ਵੈਕਟਰ ਕਿੰਨਾ R, ਤੇ T इज इक्वल टू ਡੈਲਟਾ T ਤੇ ਬੋਡੀ ਪਹੁੰਚ ਜੂਗੀ ਪੁਆਇੰਟ C ਤੇ, ਪੁਆਇੰਟ C ਤੇ ਪਹੁੰਚ ਗਈ, ਠੀਕ ਹੈ। ਕਿੰਨਾ ਡਿਸਟੈਂਸ ਟਰੈਵਲ ਕੀਤਾ ਇਸਨੇ, ਡਿਸਟੈਂਸ ਟਰੈਵਲ ਕੀਤਾ ਡੈਲਟਾ R। ਕਿੰਨਾ ਐਂਗਲ ਟਰੈਵਲ ਕੀਤਾ ਡੈਲਟਾ ਥੀਟਾ, ਉਹ ਆਪਾਂ ਨੂੰ ਮੈਂਸ਼ਨ ਨਹੀਂ ਕੀਤਾ, ਰਿਕੁਆਇਰਮੈਂਟ ਨਹੀਂ ਹੈ। ਕਿਸ ਟਾਈਮ ਤੇ ਕੀਤਾ ਹੈ, T इज इक्वल टू ਡੈਲਟਾ T ਤੇ। ਡਾਇਗਰਾਮ ਡਰਾ ਕਰ ਲਓ। ਪਹਿਲਾਂ ਦੱਸ ਦਿੰਦਾ 3D ਡਾਇਗਰਾਮ ਹੈ, ਤਾਂ ਕਿਰਪਾ ਕਰਕੇ ਥੋੜ੍ਹਾ ਜਿਹਾ ਫੋਕਸ ਕਰਕੇ ਸਮਝਣ ਦੀ ਟਰਾਈ ਕਰ ਲਿਓ, ਹੈ ਸਿੰਪਲ। ਬਟ ਜੇ ਤੁਸੀਂ ਸੋਚੋ ਇਸ ਨੂੰ ਤੁਸੀਂ ਇਮੈਜਿਨ ਕਰ ਪਾਓ ਤਾਂ ਇਮੈਜੀਨੇਸ਼ਨ ਡਿਫਿਕਲਟ ਹੈ, ਤਾਂ ਡਾਇਗਰਾਮ ਨੂੰ ਡਾਇਗਰਾਮ ਬੇਸ ਹੀ ਟਰਾਈ ਕਰਿਓ ਸਮਝਣ ਦੀ, ਠੀਕ ਹੈ। ਮਤਲਬ ਜਿੰਨਾ ਕੁ ਮੈਂ ਡਰਾ ਕਰ ਰਿਹਾ ਉਸ ਅਕੋਰਡਿੰਗ ਡਰਾ ਕਰੋ। ਇੱਕ ਵਾਰ ਆਰਟੀਕਲ ਕੰਪਲੀਟ ਹੋ ਜਾਣ ਦਿਓ, ਫਿਰ ਤੁਸੀਂ ਦੇਖ ਲਿਓ। ਬਟ ਜੇ ਤੁਸੀਂ ਸੋਚੋਗੇ ਕਿ 3D ਸਿਸਟਮ ਦੇ ਵਿੱਚ XYZ ਦੇ ਵਿੱਚ ਤੁਹਾਨੂੰ ਵਿਜ਼ੂਲਾਈਜ਼ ਹੋ ਜਾਣ ਚੀਜ਼ਾਂ, ਤਾਂ ਐਗਜ਼ੈਕਟ ਕੁਐਸਚਨ ਵਿਜ਼ੂਲਾਈਜ਼ ਨਹੀਂ ਹੋ ਸਕਦਾ, ਸਿਸਟਮ ਵਿਜ਼ੂਲਾਈਜ਼ ਹੋ ਸਕਦਾ, ਠੀਕ ਹੈ। ਤਾਂ ਥਿਊਰੀ ਨਾਲ ਨਾਲ ਲਿਖ ਲਓ। ਕੰਸੀਡਰ a body as free to rotate in XY plane about Z axis। ਹੁਣ ਬੋਡੀ ਕੀ ਕਰ ਰਹੀ ਹੈ, XY ਪਲੇਨ ਦੇ ਵਿੱਚ ਰੋਟੇਟ ਹੋ ਰਹੀ ਹੈ ਅਬਾਊਟ Z axis। ਅਬਾਊਟ Z axis ਮਤਲਬ ਆਪਣੇ ਕੋਲ ਪਲੇਨ ਹੈ, Z axis ਆ ਹੈ,
ਤਾਂ ਬੋਡੀ ਜੇ ਐਵੇਂ ਰੋਟੇਟ ਹੋਊਗੀ ਤਾਂ ਇਹ ਕੀ ਹੋ ਰਹੀ ਹੈ, ਐਕਸ ਵਾਈ ਐਕਸਿਸ 'ਚ ਰੋਟੇਟ ਹੋ ਰਹੀ ਹੈ, ਜ਼ੈਡ ਐਕਸਿਸ ਦੇ ਆਲੇ ਦੁਆਲੇ ਹੋ ਰਹੀ ਹੈ। ਠੀਕ ਹੈ, ਅਬਾਊਟ ਜ਼ੈਡ ਐਕਸਿਸ at t is equal to 0, body is at point A and has position vector r vector। ਤਾਂ point A ਤੇ t is equal to 0 ਤੇ ਹੈ body ਤੇ ਇਸਦਾ position vector r vector and time ਕਿੰਨਾ ਹੈ, t is equal to 0। ਨਾਲ ਨੋਟ ਕਰ ਰਹੇ ਹੋ ਨਾ ਸਾਰੇ। ਡੈਲਟਾ ਟੀ ਤੇ ਬੋਡੀ ਕਿੱਥੇ ਪਹੁੰਚ ਜੂਗੀ, ਬੋਡੀ reaches point C and has yet traveled by distance delta r। ठीक है, ਤਾਂ ਕਿੰਨਾ distance travel ਕੀਤਾ ਇਸਨੇ, delta r and traveled distance delta r। logically ਸਮਝੋ, ਜਦੋਂ ਆਪਾਂ point ਆ origin ਨੂੰ O ਕਹਿੰਦੇ ਆ, point O ਤੋਂ ਲੈ ਕੇ A ਤੱਕ ਕਿੰਨਾ distance ਹੈਗਾ r। ਜਦੋਂ ਉਹ A ਤੋਂ C ਤੱਕ ਗਿਆ ਤਾਂ ਕਿੰਨਾ displacement travel ਕੀਤਾ, delta r। ਤਾਂ O ਤੋਂ C ਤੱਕ ਕਿੰਨਾ ਬਣ ਜੂ ਆਪਣੇ ਕੋਲ, ਇਹ ਹੋ ਜੂ ਆਪਣੇ ਕੋਲ r plus delta r। ਧਿਆਨ ਰੱਖਿਓ ਇਹਦੇ 'ਚ ਨੂਮੈਰੀਕਲ ਵੈਲਿਊ ਦੀ ਕੋਈ ਗੱਲ ਨਹੀਂ ਕਰ ਰਿਹਾ, 3D ਸਿਸਟਮ ਹੈ। ਪਹਿਲਾਂ ਉਹਦੀ ਡਿਸਪਲੇਸਮੈਂਟ ਕਿੰਨਾ ਸੀ, r ਵੈਕਟਰ, ਹੁਣ ਕਿੰਨਾ ਐਕਸਟਰਾ ਕਰ ਲਿਆ, ਡੈਲਟਾ r। ਤਾਂ ਦੋਨਾਂ ਦਾ ਸਮ ਕਿੰਨਾ ਹੋ ਗਿਆ, r plus delta r। ਸੋ ਜਾਂ ਐਂਡ has displacement r plus delta r। ठीक है, ਤਾਂ t is equal to 0 ਤੇ ਬੋਡੀ ਕਿੱਥੇ, ਪੁਆਇੰਟ A ਤੇ, ਪੋਜੀਸ਼ਨ ਵੈਕਟਰ r ਵੈਕਟਰ। t is equal to delta t ਤੇ ਉਸਨੇ ਕਿੰਨਾ ਡਿਸਟੈਂਸ ਟਰੈਵਲ ਕੀਤਾ, ਡਿਸਪਲੇਸਮੈਂਟ ਕਿੰਨੀ ਟਰੈਵਲ ਕੀਤੀ, ਇੱਥੇ ਡਿਸਪਲੇਸਮੈਂਟ ਲਿਖ ਦਿੰਦੇ ਆ ਵਰਡ, ਡੈਲਟਾ r ਹੈ ਨਾ, ਇੱਥੇ ਡਿਸਪਲੇਸਮੈਂਟ ਲਿਖ ਦਿੰਦੇ ਆ। ਇੱਥੇ ਸੀ ਆਪਣੇ ਕੋਲ ਪੁਆਇੰਟ ਤੇ ਇੱਥੇ ਟਰੈਵਲ displacement delta r। so it has net displacement ਕਿੰਨੀ ਹੋ ਜੂਗੀ, r plus delta r point C ਦੀ। ਤਾਂ OC ਦੀ ਵੈਲਿਊ ਕਿੰਨੀ ਹੈ, r plus delta r। ਇੱਥੇ ਤੱਕ ਕਲੀਅਰ ਸਾਰਿਆਂ ਨੂੰ। ਹੁਣ ਡਾਇਗਰਾਮ ਤੋਂ ਬਿਨਾ ਆਰਟੀਕਲ ਦਾ ਕੋਈ ਵੀ ਵਜੂਦ ਨਹੀਂ ਹੈ, ਆਰਟੀਕਲ ਆਪਾਂ ਨਹੀਂ ਸਮਝ ਸਕਦੇ। ਤਾਂ ਮੈਨੂੰ ਨਾਲ ਨਾਲ ਕੀ ਮਿਟੇਣਾ ਪਊਗਾ, ਨਾਲ ਨਾਲ ਮੈਨੂੰ ਆਹ ਚੀਜ਼ ਗਾਇਬ ਕਰਨੀ ਪਊਗੀ ਇੱਥੋਂ। ਠੀਕ ਹੈ, ਐਂਡ ਮੈਂ ਐਕਸਪੈਕਟ ਕਰ ਰਿਹਾ ਕਿ ਤੁਸੀਂ ਥਿਊਰੀ ਨਾਲ ਨਾਲ ਲਿਖ ਰਹੇ ਹੋ। ਇੱਥੇ ਤੱਕ ਕਲੀਅਰ ਹੈ ਨਾ ਸਾਰਿਆਂ ਨੂੰ, ਪੁਆਇੰਟ ਸੀ ਤੱਕ। ਸਰ ਜਿਹੜਾ ਤੁਸੀਂ ਆਬਜੈਕਟ ਨੀਚੇ ਲੈ ਆਏ ਸਰ, ਹਾਂ, ਉੱਪਰ ਕਿਤੇ ਵੀ ਲੈ ਸਕਦੇ ਆ, ਕਿਤੇ ਵੀ ਲੈ ਸਕਦੇ ਆ ਇਹ object? ਜਿੱਥੇ ਮਰਜ਼ੀ ਲੈ ਸਕਦੇ ਹਾਂ, ਬਟ ਬੁੱਕ ਦੇ ਅਕੋਰਡਿੰਗ ਆਪਾਂ ਨੇ ਡਾਇਗਰਾਮ ਇਹੋ ਜਿਹੀ ਹੀ ਡਰਾ ਕੀਤੀ ਹੈ ਕਿ ਆਪਣਾ ਟੀਚਰ ਗਲਤ ਨਾ ਕਰੇ, ਤਾਂ ਮਾਰਕਸ ਕੱਟਣ ਦੇ ਚਾਂਸਸ ਨਹੀਂ ਬਣਦੇ। ਠੀਕ ਹੈ, ਤਾਂ ਆਪਣੇ ਕੋਲ ਪੁਆਇੰਟ OC ਆ ਗਿਆ। ਹੁਣ ਦੋ ਵੈਕਟਰਸ ਬਣ ਗਏ, ਇਸ 'ਚ ਇੱਕ ਹੋ ਗਿਆ r ਵੈਕਟਰ, ਇੱਕ ਹੋ ਗਿਆ ਡੈਲਟਾ r। ਤਾਂ ਆਪਾਂ ਨੇ ਕੀ ਕੀਤਾ, ਆਪਾਂ ਨੇ AC ਵਾਲੀ ਜਿਹੜੀ ਚੀਜ਼ ਸੀ ਇਸ ਤੇ ਪੈਰਲਲ ਡਰਾ ਕੀਤੀ ਆਹ ਚੀਜ਼, ਤਾਂ ਇਹ ਕੀ ਬਣ ਜਾਊ ਆਪਣੇ ਕੋਲ, ਇਸ ਨੂੰ ਮੈਂ B ਕਹਿ ਲੈਣਾ, ਮਤਲਬ AC ਦੀ ਇਕੁਇਵਲੈਂਟ ਲਿੱਤੀ ਹੈ ਮੈਨੇ। AC ਦੇ ਇਕੁਅਲ ਲਿੱਤੀ ਹੈ ਮੈਨੇ ਪੁਆਇੰਟ B, ਸਾਰਿਆਂ ਨੂੰ ਵਿਜ਼ੀਬਲ ਹੈ। ਮੈਨੇ ਕੀ ਕੀਤਾ, AC ਦੇ ਪੈਰਲਲ ਇੱਕ ਲਾਈਨ ਡਰਾ ਕੀਤੀ ਹੈ O ਤੋਂ B ਤੱਕ, ਤਾਂ ਕੀ ਆਪਣੇ ਕੋਲ ਡੈਲਟਾ r। ਤਾਂ ਜੇ ਇਸ ਨੂੰ ਡਾਟਡ ਡਰਾ ਕਰਦੇ ਹਾਂ, r plus ਡੈਲਟਾ r ਨੂੰ ਮੈਂ ਗਾਇਬ ਕਰ ਰਿਹਾ ਕਿਉਂਕਿ ਮੈਨੂੰ ਫਿਰ ਐਕਸਪਲੇਨ ਕਰਨਾ ਡਿਫੀਕਲਟ ਹੋ ਜਾਊਗਾ, ਉਹਦੀ ਰਿਕੁਆਇਰਮੈਂਟ ਵੀ ਇੰਨੀ ਹੈ ਨਹੀਂ ਵੈਸੇ। ਤਾਂ ਆਪਣੇ ਕੋਲ B ਤੋਂ C ਤੱਕ ਡਾਟਡ ਲਾਈਨ ਆ ਜੂ, ਤਾਂ ਇੱਕ ਬਣ ਗਈ ਪੈਰਲੋਗ੍ਰਾਮ ਬਣ ਗਈ। ਯਾਦ ਕਰੋ ਆਪਾਂ ਨੇ ਦੋ ਵੈਕਟਰ ਸੀਗੇ, ਮੈਂ ਡਾਇਗਰਾਮ ਰਫਲੀ ਡਰਾ ਕਰ ਰਿਹਾ, ਦਿਸ ਇਜ਼ P ਵੈਕਟਰ, ਦਿਸ ਇਜ਼ Q ਵੈਕਟਰ। ਤਾਂ ਦੋ ਵੈਕਟਰਸ ਦਾ ਜੇ ਆਪਾਂ ਨੇ ਇੱਥੇ ਕਰਨਾ ਸੀਗਾ, ਯਾਦ ਕਰੋ, ਤਾਂ ਆਪਾਂ ਇਸ ਪਰਟੀਕੂਲਰ ਡਾਇਗਰਾਮ ਦਾ ਏਰੀਆ ਕਿਵੇਂ ਫਾਈਂਡ ਕਰਦੇ ਸੀਗੇ, P ਕ੍ਰੋਸ Q ਦਾ ਮੈਗਨੀਟਿਊਡ, ਸਾਰਿਆਂ ਨੂੰ ਯਾਦ ਹੈ। ਪ੍ਰੋਪਰਟੀ ਸੀ ਕ੍ਰੋਸ ਪ੍ਰੋਡਕਟ ਦੀ, ਕੱਲ ਮੈंने ਕਿਹਾ ਸੀਗਾ ਕਿ ਕ੍ਰੋਸ ਪ੍ਰੋਡਕਟ ਦੀਆਂ ਪ੍ਰੋਪਰਟੀਜ਼ ਯਾਦ ਕਰੋ। ਯਾਦ ਆਇਆ ਸਾਰਿਆਂ ਨੂੰ, ਰਫ ਤੇ ਨੋਟ ਕਰੋ, ਸਾਈਡ ਤੇ ਨੋਟ ਕਰੋ ਬ੍ਰੈਕਟ 'ਚ, ਕਿ ਜਦੋਂ ਆਪਣੇ ਕੋਲ ਦੋ ਵੈਕਟਰਸ ਹੁੰਦੇ ਨੇ PQ ਤੇ ਉਹਨਾਂ ਦਾ ਆਪਣੇ ਕੋਲ ਕ੍ਰੋਸ ਪ੍ਰੋਡਕਟ ਦੀ ਪ੍ਰੋਪਰਟੀ ਦਾ ਪਾਰਟ ਹੈ, ਉਹਦਾ ਏਰੀਆ ਕਿੰਨਾ ਹੁੰਦਾ ਹੈ, ਕ੍ਰੋਸ ਪ੍ਰੋਡਕਟ ਆਫ PQ ਦਾ ਮੈਗਨੀਟਿਊਡ।
ਤਾਂ ਆਪਾਂ ਨੇ ਕੀ ਕੀਤਾ, ਆਪਾਂ ਨੇ ਓ ਏ ਸੀ ਟ੍ਰਾਇੰਗਲ ਸੀ ਜਿਹਦੇ ਵਿੱਚ ਦੋ ਵੈਕਟਰਸ ਨੇ, ਕਿਹੜੇ ਕਿਹੜੇ ਵੈਕਟਰਸ ਨੇ, ਇੱਕ ਆਰ ਵੈਕਟਰ ਹੈ, ਇੱਕ ਆਪਣੇ ਕੋਲ ਡੈਲਟਾ ਆਰ ਹੈ। ਤਾਂ ਆਰ ਤੇ ਡੈਲਟਾ ਆਰ ਦਾ ਆਪਾਂ ਨੇ ਏਰੀਆ ਫਾਈਂਡ ਕਰਨਾ ਹੈ। ਆਪਾਂ ਨੇ ਕੀ ਕਰਨਾ ਹੈ, ਆਪਾਂ ਨੇ ਇਸ ਓ ਏ ਸੀ ਦਾ ਟ੍ਰਾਇੰਗਲ ਦਾ ਏਰੀਆ ਫਾਈਂਡ ਕਰਨਾ ਹੈ। ਲੈਂਥੀ ਆਰਟੀਕਲ, ਤਾਂ ਆਪਣੇ ਕੋਲ ਤਾਂ ਟ੍ਰਾਇੰਗਲ ਦੀ ਪ੍ਰੋਪਰਟੀ ਯਾਦ ਹੈ ਵੈਕਟਰ ਪ੍ਰੋਡਕਟ ਦੀ? ਵੈਕਟਰ ਪ੍ਰੋਡਕਟ ਦੀ ਪ੍ਰੋਪਰਟੀ ਯਾਦ ਹੈ ਸਾਰਿਆਂ ਨੂੰ ਕਿ ਆਪਣੇ ਕੋਲ ਦੋ ਵੈਕਟਰਸ ਨੇ, ਉਹਨਾਂ ਦਾ ਜਿਹੜਾ ਕ੍ਰਾਸ ਪ੍ਰੋਡਕਟ ਹੋਊਗਾ ਉਸ ਚੀਜ਼ ਦਾ ਜੋ ਮੈਗਨੀਟਿਊਡ ਹੋਊਗਾ ਦੈਟ ਵਿਲ ਗਿਵ ਅਸ ਦਾ ਏਰੀਆ ਆਫ ਦੈਟ ਪਰਟੀਕੂਲਰ ਪੈਰਲੋਗ੍ਰਾਮ। ਠੀਕ ਹੈ, ਇਸੇ ਪਰਪਸ ਲਈ ਮੈंने ਕੱਲ ਕਹਿ ਰਿਹਾ ਸੀਗਾ ਕਿ ਇਹਦੇ ਆਰਟੀਕਲ ਦੇ ਜਿਹੜੇ ਵੈਕਟਰ ਪ੍ਰੋਡਕਟ ਵਾਲੇ ਨੇ ਉਹਨਾਂ ਦੇ ਕੁਐਸਚਨਸ ਵੀ ਦੇਖ ਲਓ ਤੇ ਸਾਰਾ ਰਿਵਾਈਜ਼ ਚ ਕਰ ਲਓ। ਆਪਾਂ ਇੱਥੇ ਲਿਖਾਂਗੇ ਏਰੀਆ ਆਫ ਪੈਰਲੋਗ੍ਰਾਮ ਕਿਹੜੀ ਕਿਹੜੀ ਹੈ, ਓ ਏ ਸੀ ਬੀ। ਤਾਂ ਆਪਾਂ ਲਿਖਣਾ ਏਰੀਆ, ਫਾਰਮੂਲਾ ਕੀ ਲੱਗੂ, ਪੀ ਕ੍ਰੋਸ ਕਿਊ ਵਾਲਾ। ਠੀਕ ਹੈ, ਆਪਣੇ ਕੋਲ ਇੱਥੇ ਦੋ ਵੈਕਟਰਸ ਨੇ, ਕਿਹੜੇ ਕਿਹੜੇ ਵੈਕਟਰਸ ਨੇ ਆਪਣੇ ਕੋਲ, ਇੱਕ ਆਪਣੇ ਕੋਲ ਆਰ ਵੈਕਟਰ ਹੈ, ਇੱਕ ਆਪਣੇ ਕੋਲ ਡੈਲਟਾ ਆਰ ਵੈਕਟਰ ਹੈ। ਉਹਨਾਂ ਦੋਨਾਂ ਦਾ ਕੀ ਹੋ ਜਾਊਗਾ, ਮੈਗਨੀਟਿਊਡ। ਇੰਨਾ ਕਲੀਅਰ ਸਾਰਿਆਂ ਨੂੰ ਕਿ ਆਪਾਂ ਨੇ ਇੱਕ ਪੈਰਲੋਗ੍ਰਾਮ ਡਰੋ ਕਰ ਲਈ ਵਿਦ ਦਾ ਟੂ ਵੈਕਟਰਸ, ਵਨ ਇਜ਼ ਆਰ ਵੈਕਟਰ, ਅਦਰ ਇਜ਼ ਡੈਲਟਾ ਆਰ, ਐਂਡ ਆਰ ਤੇ ਡੈਲਟਾ ਆਰ ਦੇ ਪੈਰਲੋਗ੍ਰਾਮ ਦੇ ਨਾਲ ਆਪਾਂ ਨੇ ਕੀ ਕੀਤਾ, ਉਸਦਾ ਏਰੀਆ ਫਾਈਂਡ ਕੀਤਾ। ਤਾਂ ਆਪਣੇ ਕੋਲ ਏਰੀਆ ਕਿੰਨਾ ਆ ਜਾਊਗਾ, ਆਰ ਕ੍ਰੋਸ ਡੈਲਟਾ ਆਰ। ਠੀਕ ਹੈ, ਉਸ ਤੋਂ ਬਾਅਦ ਜੇ ਆਪਾਂ ਨੇ ਟ੍ਰਾਇੰਗਲ ਦਾ ਏਰੀਆ ਕਰਨਾ ਹੈ ਤਾਂ ਆਪਾਂ ਨੂੰ ਪਰਪਸ ਕੀ ਹੈ, ਏਰੀਆ ਆਫ ਟ੍ਰਾਇੰਗਲ ਓ ਸੀ ਜਾਂ ਓ ਏ ਸੀ ਕਰ ਦਿੰਦੇ ਹਾਂ, ਏਰੀਆ ਆਫ ਟ੍ਰਾਇੰਗਲ ਓ ਏ ਸੀ। ਤਾਂ ਉਹ ਕੀ ਹੋ ਜਾਊਗਾ, ਹਾਫ ਆਫ ਟੋਟਲ ਏਰੀਆ, ਕਿਉਂਕਿ ਪੈਰਲੋਗ੍ਰਾਮ ਦਾ ਏਰੀਆ ਦਾ ਹਾਫ ਹੋ ਜਾਊਗਾ ਆਪਣੇ ਕੋਲ ਜੇ ਆਪਾਂ ਨੇ ਟ੍ਰਾਇੰਗਲ ਦਾ ਏਰੀਆ ਫਾਈਂਡ ਕਰਨਾ, ਦੈਟ ਇਜ਼ ਹਾਫ ਆਫ ਆਰ ਕ੍ਰੋਸ ਡੈਲਟਾ ਆਰ। ਠੀਕ ਹੈ, ਤਾਂ ਆਪਾਂ ਇਸ ਨੂੰ ਲਿਖ ਸਕਦੇ ਹਾਂ ਇਨ ਵੈਕਟਰ ਫਾਰਮ। ਏਰੀਆ ਨੂੰ ਕੀ ਲਿਖਾਂਗੇ ਆਪਾਂ, ਡੀ ਏ ਇਜ਼ ਇਕੁਅਲ ਟੂ ਹਾਫ ਆਫ ਆਰ ਕ੍ਰੋਸ ਡੈਲਟਾ ਆਰ। ਕਲੀਅਰ ਸਾਰਿਆਂ ਨੂੰ? ਸਰ ਡੀ ਕੀ ਹੈ? ਡੀ ਏ ਹੈ ਏਰੀਆ ਆਫ ਟ੍ਰਾਇੰਗਲ ਕਹਾਂਗੇ, ਇਸ ਨੂੰ ਆਪਾਂ ਨੇ ਡੀ ਏ ਨਾਲ ਰਿਪਰੈਜ਼ੈਂਟ ਕੀਤਾ ਵਿਦ ਵੈਕਟਰ ਸਾਈਨ, ਕਿਉਂਕਿ ਵੈਕਟਰ ਫਾਰਮ ਦੇ ਵਿੱਚ ਲਿੱਤਾ। ਧਿਆਨ ਨਾਲ ਦੇਖੋ, ਰਾਈਟ ਸਾਈਡ ਤੇ ਆਪਣੇ ਕੋਲ ਵੈਕਟਰ ਫਾਰਮ ਹੈ, ਲੈਫਟ ਸਾਈਡ ਤੇ ਆਪਾਂ ਨੇ ਵੈਕਟਰ ਲੈ ਲਿਆ। ਡੀ ਏ ਨੂੰ ਐਜ਼ ਇਟ ਇਜ਼ ਲਿਖ ਸਕਦੇ ਹਾਂ ਆਪਾਂ, ਡੀ ਜਾਂ ਡੀ ਏ ਦਾ ਐਰੋ ਮਾਰ ਕੇ ਉਸ ਤੇ ਮੈਗਨੀਟਿਊਡ ਪਾ ਸਕਦੇ ਹਾਂ। ਠੀਕ ਹੈ, ਤਾਂ ਜੇ ਇਸ ਨੂੰ ਆਪਾਂ ਡਾਇਰੈਕਸ਼ਨ ਵਿਦ ਡਾਇਰੈਕਸ਼ਨ ਕਰਾਂਗੇ, ਵਿਦ ਡਾਇਰੈਕਸ਼ਨ ਕੀ ਹੋ ਜਾਊਗਾ, ਡੀ ਏ ਉੱਤੇ ਵੈਕਟਰ ਸਾਈਨ ਇਜ਼ ਇਕੁਅਲ ਟੂ ਹਾਫ ਆਫ ਆਰ ਕ੍ਰੋਸ ਡੈਲਟਾ ਆਰ, ਕਿਉਂਕਿ ਕ੍ਰੋਸ ਪ੍ਰੋਡਕਟ ਵੀ ਹੁੰਦਾ ਵੈਕਟਰ ਹੁੰਦਾ ਆਪਣੇ ਕੋਲ। ਤਾਂ ਜੇ ਆਪਾਂ ਮੋਡ ਪਾਉਂਦੇ ਹਾਂ ਉਹਦਾ ਮਤਲਬ ਹੁੰਦਾ ਨੂਮੈਰੀਕਲ ਵੈਲਿਊ ਮੈਗਨੀਟਿਊਡ, ਜੇ ਆਪਾਂ ਬ੍ਰੈਕਟਸ ਪਾ ਦਿੰਦੇ ਹਾਂ ਤਾਂ ਉਸ 'ਚ ਡਾਇਰੈਕਸ਼ਨ ਵੀ ਹੁੰਦੀ ਹੈ। ਠੀਕ ਹੈ, ਤਾਂ ਆਪਣੇ ਕੋਲ ਨੈਕਸਟ ਸਟੈਪ ਕੀ ਕਰਦੇ ਹਾਂ, ਡਿਵਾਈਡ ਵਿਦ ਡੀ ਟੀ ਕਰ ਦਿੰਦੇ ਹਾਂ ਔਨ ਬੋਥ ਸਾਈਡਸ ਆਪਾਂ ਡੀ ਟੀ ਨਾਲ ਡਿਵਾਈਡ ਕਰਦੇ ਹਾਂ। ਤਾਂ ਲੈਫਟ ਸਾਈਡ ਬਣ ਜੂ ਡੀ ਏ ਬਾਈ ਡੀ ਟੀ, ਸਿੰਪਲ ਹੈ, ਔਖਾ ਨਹੀਂ ਹੈਗਾ, ਧਿਆਨ ਨਾਲ ਦੇਖੀ ਚੱਲੋ। ਇਹ ਬਣ ਜੂ ਹਾਫ ਆਰ ਕ੍ਰੋਸ, ਹੁਣ ਇਸ ਡੈਲਟਾ ਨੂੰ ਵੀ ਆਪਾਂ ਲਿਖ ਸਕਦੇ ਹਾਂ ਡੀ ਆਰ ਬਾਈ ਡੀ ਟੀ ਲਿਖ ਸਕਦੇ ਹਾਂ। ਕਿਵੇਂ ਲਿਖ ਸਕਦੇ ਹਾਂ, ਕਿਉਂਕਿ ਡੈਲਟਾ ਦਾ ਮਤਲਬ ਜੋ ਹੁੰਦਾ ਨਾ, ਡੈਲਟਾ ਨੂੰ ਆਪਾਂ ਡੀ ਦੇ ਇਕੁਅਲੈਂਟ ਦਿੰਦੇ ਹੁੰਦੇ ਹਾਂ।
ਤਾਂ ਡੈਲਟਾ ਨੂੰ ਆਪਾਂ ਕਿਹਦੇ ਇਕੁਇਵਲੈਂਟ ਲੈ ਸਕਦੇ ਹਾਂ, ਡੀ ਦੇ ਇਕੁਇਵਲੈਂਟ ਲੈ ਸਕਦੇ ਹਾਂ। ਲੈਂਥ ਹੀ ਹੈ, Sir- ਮੈਂ ਪਹਿਲਾਂ ਤਾਂ ਕਹਿ ਰਿਹਾ। ਹਾਂਜੀ ਬੱਚੇ, ਸਰ ਡੀਏ ਦੀ ਜਗ੍ਹਾ ਜੇ ਆਪਾਂ ਏ ਵੈਕਟਰ ਹੀ ਲੈ ਲਈਏ ਇਕੱਲਾ। ਇਹ ਵੈਕਟਰ ਇਸ ਲਈ ਨਹੀਂ ਲੈਂਦੇ ਬੱਚੇ ਕਿਉਂਕਿ ਆਪਾਂ ਨੇ ਵਰਡਿੰਗ ਯੂਜ਼ ਕਰਨੀ ਹੈ ਰੇਟ ਆਫ ਚੇਂਜ ਆਫ ਸਮਥਿੰਗ। ਜੇ ਆਪਾਂ ਇਕੱਲਾ ਏ ਲੈਂਦੇ ਆ ਨਾ, ਧਿਆਨ ਨਾਲ ਦੇਖੋ ਇੱਥੇ, ਜੇ ਆਪਾਂ ਇਕੱਲਾ ਲੈਫਟ ਸਾਈਡ ਤੇ ਏ ਲੈਂਦੇ ਆ ਤਾਂ ਰਾਈਟ ਸਾਈਡ ਤੇ ਡੈਲਟਾ ਗਾਇਬ ਕਰਨਾ ਪਊਗਾ। ਡੈਲਟਾ ਵਰਡ ਦਾ ਮਤਲਬ ਹੁੰਦਾ ਸਮਾਲ ਵੈਲਿਊ, ਤੇ ਇਕੱਲੇ ਵਰਡ ਦਾ ਮਤਲਬ ਆਪਣੇ ਕੋਲ ਸਮਾਲ ਵੀ ਹੋ ਸਕਦਾ, ਲਾਰਜਰ ਵੀ ਹੋ ਸਕਦਾ ਹੈ। ਬਟ ਜੇ ਆਪਾਂ ਨੇ ਉਸਨੂੰ ਫਾਰਮੂਲੇ 'ਚ ਲੈਣਾ ਹੈ, ਮਤਲਬ ਜੇ ਆਪਾਂ ਨੇ ਡਿਨੋਮੀਨੇਟਰ 'ਚ dt ਰੱਖਣਾ ਹੈ ਤਾਂ ਆਪਾਂ ਨਿਊਮਰੇਟਰ 'ਚ ਵੀ d ਚਾਹੀਦਾ ਹੈ ਉਸ ਦੇ ਡਿਫਰੈਂਸ਼ੀਏਸ਼ਨ ਦੇ ਫਾਰਮੈਟ 'ਚ ਰੱਖਣ ਲਈ। ਠੀਕ ਹੈ, ਤਾਂ d ਲੈਣਾ ਜ਼ਰੂਰੀ ਹੈ। Sir, ਹਾਂਜੀ ਸਰ ਤੁਸੀਂ ਦੱਸਿਆ ਸੀਗਾ ਵੀ ਡੈਲਟਾ ਚੇਂਜ ਹੁੰਦਾ ਹੈ, ਡੈਲਟਾ ਦੀ ਮੀਨਿੰਗ ਚੇਂਜ ਹੁੰਦਾ d ਹੈ। ਦਾ ਮਤਲਬ ਤੇ ਡੈਲਟਾ ਦਾ ਮਤਲਬ ਦੋਨਾਂ ਦਾ ਮਤਲਬ ਚੇਂਜ ਹੁੰਦਾ ਹੈ। ਹੁਣ ਜੇ ਵਰਡ ਦਾ ਮਤਲਬ ਸਮਝਣਾ, ਇੱਥੇ ਧਿਆਨ ਨਾਲ ਦੇਖੋ, d/dt ਕਹਿੰਦੇ ਹੁੰਦੇ ਰੇਟ ਆਫ ਚੇਂਜ ਆਫ ਸਮਥਿੰਗ ਵਿਦ ਰਿਸਪੈਕਟ ਟੂ dt, ਇਹੀ ਹੁੰਦਾ। ਤਾਂ ਡੈਲਟਾ ਵੀ ਤਾਂ ਵਰਡ ਆਪਣੇ ਕੋਲ ਚੇਂਜ ਹੀ ਹੋ ਗਿਆ, ਤਾਂ ਦੋਨਾਂ ਦਾ ਮੀਨਿੰਗ ਸੇਮ ਹੈ, ਕੋਈ ਡਿਫਰੈਂਸ ਨਹੀਂ। ਦੂਸਰੀ ਚੀਜ਼, ਡਾਇਗਰਾਮ 'ਚ ਧਿਆਨ ਨਾਲ ਦੇਖ ਲਓ, ਮੈਂ ਮਾਰਕ ਕਰ ਰਿਹਾ, ਤੁਸੀਂ ਨਹੀਂ ਕਰਨਾ। ਆਪਾਂ ਨੇ ਡਿਸਟੈਂਸ ਜੋ ਟਰੈਵਲ ਕੀਤਾ ਦੈਟ ਇਜ਼ ਡੈਲਟਾ dr। ਡੈਲਟਾ dr ਤਾਂ ਪਹਿਲੇ ਹੀ ਸਮਾਲ ਵੈਲਿਊ ਹੈ। ਹੁਣ ਜੇ ਸਮਾਲ ਵੈਲਿਊ ਤੋਂ ਚੀਜ਼ ਟਰੈਵਲ ਕਰੂ, ਉਸਦਾ ਏਰੀਆ ਵੀ ਤਾਂ ਸਮਾਲ ਹੋਊ। ਸਾਰਿਆਂ ਨੂੰ ਕਲੀਅਰ? ਜੇ ਏਰੀਆ ਸਮਾਲ ਹੋਊ, ਉਸਨੂੰ ਆਪਾਂ ਰਿਪਰੈਜ਼ੈਂਟ ਕਰਾਂਗੇ d ਨਾਲ, ਉਸਨੂੰ ਆਪਾਂ ਰਿਪਰੈਜ਼ੈਂਟ ਕਰਾਂਗੇ d ਨਾਲ। ਕਲੀਅਰ? ਸਟੈਪਸ ਕਲੀਅਰ ਨੇ? ਫਿਰ ਮੈਂ ਇਸ ਤੋਂ ਬਾਅਦ ਇਹਦੇ ਅਗਲੇ ਸਟੈਪਸ ਕਰਦੇ ਆ ਸੋ ਦੈਟ ਆਰਟੀਕਲ ਕੰਪਲੀਟ ਕਰੇ। ਬਾਈ ਡੈਫੀਨੇਸ਼ਨ dr/dt ਕੀ ਹੁੰਦਾ ਆਪਣੇ ਕੋਲ, ਉੱਪਰ ਲਿਖਿਆ ਮੈਂ, ਤਾਂ ਆਪਣੇ ਕੋਲ ਹੋ ਜੂ da/dt ਇਜ਼ ਇਕੁਅਲ ਟੂ ਹਾਫ ਆਫ r ਕ੍ਰੋਸ। dr/dt ਕੀ ਹੁੰਦਾ ਆਪਣੇ ਕੋਲ, ਵੈਲੋਸਿਟੀ। ਕਲੀਅਰ ਸਾਰਿਆਂ ਨੂੰ? dr/dt ਕੀ ਹੁੰਦਾ ਆਪਣੇ ਕੋਲ, ਬਾਈ ਡੈਫੀਨੇਸ਼ਨ ਦਿਸ ਇਜ਼ ਕਾਲਡ ਵੈਲੋਸਿਟੀ। ਠੀਕ ਹੈ, ਤਾਂ ਆਪਾਂ ਕੀ ਕਰਾਂਗੇ, ਨੈਕਸਟ ਸਟੈਪਸ ਕੀ ਕਰਨਾ, ਆਪਾਂ ਨੇ ਮਾਸ ਤੇ ਮਲਟੀਪਲਾਈ ਕਰਨਾ, ਮਾਸ ਤੇ ਡਿਵਾਈਡ ਕਰਨਾ। ਰਾਈਟ ਸਾਈਡ ਨੂੰ ਬ੍ਰੈਕਟਸ ਲਿਖ ਲਾਂਗੇ, ਚਾਹੇ ਮਲਟੀਪਲਾਈਂਗ ਐਂਡ ਡਿਵਾਈਡਿੰਗ RHS ਵਿਦ m। ਤਾਂ ਰਾਈਟ ਸਾਈਡ ਨੂੰ ਆਪਾਂ ਨੇ ਕੀ ਕੀਤਾ, ਮਲਟੀਪਲਾਈ ਵੀ ਕਰਤਾ, ਡਿਵਾਈਡ ਵੀ ਕਰਤਾ m ਨਾਲ। ਤਾਂ ਧਿਆਨ ਨਾਲ ਦੇਖੋ, m ਇੰਟੂ v ਕੀ ਬਣ ਜਾਂਦਾ ਆਪਣੇ ਕੋਲ, m ਇੰਟੂ v ਕੀ ਹੁੰਦਾ ਆਪਣੇ ਕੋਲ ਬੱਚੇ, ਲੀਨੀਅਰ ਮੋਮੈਂਟਮ। ਮੋਮੈਂਟਮ। ਯੈਸ, ਦੈਟ ਇਜ਼ ਲੀਨੀਅਰ ਮੋਮੈਂਟਮ। ਤਾਂ m ਇੰਟੂ v ਬਣ ਜਾਓ ਆਪਣੇ ਕੋਲ ਲੀਨੀਅਰ ਮੋਮੈਂਟਮ। r ਲੈਫਟ ਸਾਈਡ ਤੇ, ਹਾਫ ਲੈਫਟ ਸਾਈਡ ਤੇ ਹੈ, m ਉੱਥੇ ਹੀ ਹੈ। ਤਾਂ da/dt ਕਿਹਦੇ ਇਕੁਅਲ ਬਣ ਜਾਊਗਾ, ਇਟ ਵੁੱਡ ਬੀ ਹਾਫ r ਕ੍ਰੋਸ p ਬਾਈ m। r ਕ੍ਰੋਸ p ਕਿਹਦੇ ਇਕੁਅਲ ਹੁੰਦਾ ਹੈ, l ਦੇ, ਤਾਂ l/2m ਹੋ ਜਾਊ। ਆਰਟੀਕਲ 'ਚ ਹੈ ਕੁਛ ਵੀ ਨਹੀਂ, ਮੈਂ ਕਲੀਅਰ ਕੱਟ ਦੱਸਦਾ। ਠੀਕ ਹੈ, ਬਟ ਯੈਸ ਮੈਥਮੈਟੀਕਲ ਪਾਰਟ ਇਹਦਾ ਲੈਂਥੀ ਹੈ। ਤਾਂ ਆਪਣੇ ਕੋਲ ਕੀ ਬਣ ਜਾਊਗਾ, ਆਪਣੇ ਕੋਲ ਬਣ ਜੂ da/dt ਇਜ਼ ਇਕੁਅਲ ਟੂ l ਵੈਕਟਰ ਬਾਈ 2m। ਹਾਂ ਕਹਿ ਸਕਦੇ ਆਪਾਂ, ਤਾਂ ਇਸ ਨੂੰ l ਨੂੰ ਕੀ ਲਿਖ ਸਕਦੇ ਆਪਾਂ, 2m da/dt। ਐਂਡ ਧਿਆਨ ਨਾਲ ਦੇਖੋਗੇ ਸਾਰੇ ਆਰਟੀਕਲ ਦੇ ਵਿੱਚ ਆਪਣੇ ਕੋਲ ਡਾਇਗਰਾਮ ਦਾ ਕੋਈ ਯੂਜ਼ ਨਹੀਂ ਹੋਇਆ, ਸਿਰਫ ਪਹਿਲੇ ਦੋ ਵਰਡਸ ਨੂੰ ਛੱਡ ਕੇ। ਠੀਕ ਹੈ, ਸਾਰੇ ਆਰਟੀਕਲ 'ਚ ਆਪਣੇ ਕੋਲ ਡਾਇਗਰਾਮ ਦਾ ਕੋਈ ਯੂਜ਼ ਨਹੀਂ ਹੈ, ਸਿਰਫ ਪਹਿਲੇ ਪਾਰਟ ਨੂੰ ਛੱਡ ਕੇ। ਹਾਂਜੀ ਬੱਚੇ, ਸਰ ਇਹ ਆਪਾਂ ਫਿਜ਼ਿਕਸ 'ਚ ਹਮੇਸ਼ਾ ਸਮਾਲ ਹੀ ਡਿਸਟੈਂਸ ਕਿਉਂ ਲੈਂਦੇ ਹੁੰਦੇ ਆ, ਡਿਸਟੈਂਸ ਤਾਂ ਲਾਰਜ ਕਵਰ ਹੋ ਸਕਦਾ। ਬਿਲਕੁਲ ਸਹੀ ਹੈ, ਬਟ ਜਿਹੜੇ ਆਪਣੇ ਡਿਫਰੈਂਸ਼ੀਏਸ਼ਨ ਦੇ ਫਾਰਮੂਲਾਜ਼ ਨੇ ਉਹ ਵੈਲਿਡ ਆਪਣੇ ਸਮਾਲ ਵੈਲਿਊਜ਼ ਨੇ, ਉਹ ਇੰਸਟੈਂਟੇਨੀਅਸ ਵੈਲਿਊ ਪਿਕ ਕਰਨੀ ਹੁੰਦੀ ਹੈ। ਇੰਸਟੈਂਟੇਨੀਅਸ ਵੈਲਿਊ ਵਾਸਤੇ ਆਪਾਂ ਨੂੰ ਸਮਾਲ ਡਿਸਪਲੇਸਮੈਂਟ ਚਾਹੀਦੀ ਹੁੰਦੀ ਹੈ। ਜਦੋਂ ਆਪਾਂ ਲਾਰਜ ਦੀ ਗੱਲ ਕਰਦੇ ਹਾਂ ਉੱਥੇ ਵੈਲਿਊਜ਼ ਚੇਂਜ ਹੋਣੀਆਂ ਸਟਾਰਟ ਹੋ ਜਾਂਦੀਆਂ ਨੇ, ਤੇ ਫਾਰਮੂਲਾਜ਼ ਦੀ ਵੇਰੀਏਸ਼ਨ ਸਟਾਰਟ ਹੋ ਜਾਂਦੀ ਹੈ। ਵੇਰੀਏਸ਼ਨ ਮਤਲਬ ਉਹ ਚੀਜ਼ ਸੂਟ ਨਹੀਂ ਕਰਦੀ ਫਾਰਮੂਲਾਜ਼ ਜੋ ਹੁੰਦੇ ਨੇ ਉਹਦੇ, ਤਾਂ ਇਸ ਲਈ ਆਪਾਂ ਨੂੰ ਸਮਾਲ ਵੈਲਿਊਜ਼ ਲੈਣੀਆਂ ਪੈਂਦੀਆਂ ਨੇ। ਤੁਸੀਂ 99% ਦੇ ਆਰਟੀਕਲਸ ਆਪਾਂ ਸਮਾਲ ਵੈਲਿਊਜ਼ ਦੇ ਬੇਸ ਤੇ ਕਰਾਂਗੇ, ਲਾਰਜ ਵੈਲਿਊ ਦੇ ਬੇਸ ਤੇ ਕੋਈ ਆਰਟੀਕਲ ਨਹੀਂ ਕਰਨਾ ਆਪਾਂ ਨੇ। ਠੀਕ ਹੈ, ਕਲੀਅਰ? ਤਾਂ ਆਪਾਂ ਇਸ ਨੂੰ ਲਿਖ ਸਕਦੇ ਹਾਂ। ਹੁਣ ਜਦ ਤੱਕ ਤੁਸੀਂ ਆਪਣੇ ਆਪ, ਮੈਂ ਦੁਬਾਰਾ ਦੱਸ ਰਿਹਾ, ਠੀਕ ਹੈ, ਮੈਂ ਇੱਕ ਸਿੰਗਲ ਵਾਰ ਦੇ ਵਿੱਚ ਦੋ ਵਾਰ ਨਹੀਂ ਰਿਪੀਟ ਕਰੂੰਗਾ। ਮੈਂ ਇੱਕ ਵਾਰ ਜਦ ਤੁਸੀਂ ਚੱਜ ਨਾਲ ਕਰ ਲਓਗੇ, ਖੁਦ ਕਰਕੇ ਦੇਖੋਗੇ, ਫਿਰ ਸੈਕਿੰਡ ਟਾਈਮ ਮੇਰੇ ਤੋਂ ਡਾਊਟਸ ਪੁੱਛਿਓ ਪਰਟੀਕੂਲਰ ਚੀਜ਼ ਦਾ। ਜਿਵੇਂ ਹੁਣ ਪੁੱਛ ਰਹੇ ਸੀ ਕਿ ਡੈਲਟਾ ਕਿਉਂ ਪਾਇਆ, ਵਿਦਆਊਟ ਡੀ ਕਿਉਂ ਨਹੀਂ ਪਾ ਸਕਦੇ ਸੀ, ਜੋ ਮਰਜ਼ੀ ਪੁੱਛੋ, ਕੋਈ ਪ੍ਰੋਬਲਮ ਨਹੀਂ। ਠੀਕ ਹੈ, ਤੇ ਪੁਆਇੰਟ ਇਹ ਹੈ ਕਿ ਤੁਸੀਂ ਖੁਦ ਪ੍ਰੈਕਟਿਸ ਕਰੋ, ਕਿਉਂਕਿ ਐਗਜ਼ਾਮ ਦੇ ਵਿੱਚ ਤੁਸੀਂ ਖੁਦ ਯਾਦ ਰੱਖਣਾ ਹੈ। ਤਾਂ ਆਪਾਂ ਇਸ ਨੂੰ ਕੀ ਲਿਖ ਸਕਦੇ ਹਾਂ ਮੈਥਮੈਟਿਕਲੀ, ਤਾਂ ਹੋ ਗਿਆ ਦੈਟ ਇਜ਼, ਨਾਲ ਨੋਟ ਕਰ ਲਓ, ਐਂਗੂਲਰ momentum is equal to twice the product of, ठीक है, angular momentum is equal to twice the product of
mass of the body, twice the product of mass of the body and rate of, या फिर ਆਪਾਂ ਐ ਨਹੀਂ ਲਿਖਦੇ, and dA by dt ਨੂੰ ਇੱਕ ਨਵਾਂ ਨਾਮ ਦਿੰਦੇ ਆ and aerial velocity, ब्रैकेट ਚ ਤਾਂ dA by dt ਪਾ ਦਿੰਦੇ, ਤਾਂ aerial velocity ਕੀ ਹੁੰਦਾ dA by dt, मतलब rate of change of area with respect to time, तो इसमें लिख सकते हैं rate of dA by dt है rate of change of area with respect to time। स्टेप क्लियर सारे ਨੂੰ? स्टेप क्लियर सारे ਨੂੰ? ਹੁਣ ਇੱਕ ਹੋਰ ਚੀਜ਼ ਦੱਸਦਾ, ਸਮਝ ਸਾਰਿਆਂ ਨੂੰ ਆ ਗਏ ਹੋਣਗੇ, ਯਾਦ ਨਹੀਂ ਰਹਿਣੇ, ਪਹਿਲਾਂ ਦੱਸ ਰਿਹਾ ਇਸ ਲਈ ਯਾਦ ਨਹੀਂ ਰਹਿਣੇ ਕਿਉਂਕਿ ਲੈਂਥੀ ਹੈ, ਤਾਂ ਕਰਨ ਦਾ ਇੱਕੋ ਹੀ ਮੈਥਡ ਹੈ, ਇੱਕ ਵਾਰ ਖੁਦ ਕਰਕੇ ਦੇਖੋ ਦੁਬਾਰਾ ਆਪਣੇ ਆਪ ਨੋਟਬੁੱਕ ਤੋਂ, ਇੱਥੋਂ ਵੀਡੀਓ ਤੋਂ ਨਹੀਂ, ਫਿਰ ਡਾਊਟਸ ਪੁੱਛੋ ਜੋ ਮਰਜੀ, ਰਿਪੀਟ ਤਾਂ ਮੈਂ ਕਰਨਾ ਹੀ ਹੈ ਉਸ ਤੋਂ ਬਾਅਦ, ਠੀਕ ਹੈ। सब क्लियर। ਗੁੱਡ। ਤਾਂ ਨੈਕਸਟ ਆਪਣੇ ਕੋਲ ਹੈ, ਨੈਕਸਟ ਹੈਡਿੰਗ ਕਰ ਰਿਹਾ ਫਿਰ ਮੈਂ, ਦੋ ਚੀਜ਼ਾਂ ਰਹਿ ਗਈਆਂ, ਚੈਪਟਰ ਇਹ ਵਾਲਾ ਫਿਨਿਸ਼ ਹੋ ਜਾਊਗਾ ਅਕੋਰਡਿੰਗ ਟੂ ਮਾਈ ਨੋਟਸ। law of conservation of angular momentum, ਜੋ ਆਪਾਂ ਨੇ law ਕੀਤਾ ਸੀ conservation of linear momentum ਸੇਮ ਹੈ, ਆਪਾਂ ਨੇ ਕੀ ਕਰਨਾ ਹੈ, ਆਪਾਂ ਨੇ ਰਿਲੇਟ ਕਰਨਾ ਹੈ ਐਂਗੂਲਰ ਚੀਜ਼ਾਂ ਨੂੰ ਲੀਨੀਅਰ ਨਾਲ, ਕਿਵੇਂ? ਆਪਣੇ ਕੋਲ ਇਹ ਆਪਣੇ ਪਹਿਲਾਂ ਕਿੱਥੇ ਨਹੀਂ ਯੈਸ, ਉਹੀ ਚੀਜ਼ ਦੱਸ ਰਿਹਾ ਬੱਚੇ, ਆਪਾਂ ਨੇ ਜੋ ਕੀਤਾ ਹੋਇਆ ਆਪਾਂ ਨੇ ਲੀਨੀਅਰ ਵਾਲੇ ਕੀਤੇ ਹੋਏ ਨੇ, ਇਹ ਇਸ ਚੈਪਟਰ 'ਚ ਆਪਾਂ ਨੇ ਐਂਗੂਲਰ ਵਾਲੇ ਕਰਨੇ ਨੇ। ਕਿਵੇਂ ਕਰਨੇ ਨੇ? ਆਪਣੇ ਕੋਲ ਸੈਕਿੰਡ ਲਾਅ ਹੁੰਦਾ ਹੈ F ਇਜ਼ ਇਕੁਅਲ ਟੂ ਡੀ ਬਾਈ ਡੀ ਟੀ, ਧਿਆਨ ਨਾਲ ਸੁਣੀ ਚਲੋ। ਤਾਂ ਇਹਦੇ 'ਚ ਕੀ ਹੁੰਦਾ ਹੈ, ਜੇ F 0 ਹੈ, ਇਫ F 0 ਦੈਨ ਡੀ ਬਾਈ ਡੀ ਟੀ ਕੀ ਹੋ ਜੂ 0। ਕਿਸ ਚੀਜ਼ ਦਾ ਮੋਮੈਂਟ ਡੈਰੀਵੇਟਿਵ 0 ਹੁੰਦਾ ਹੈ, ਕਾਂਸਟੈਂਟ ਦਾ, ਤਾਂ ਮੋਮੈਂਟਮ ਕੀ ਹੋ ਜੂ, ਕਾਂਸਟੈਂਟ ਹੋ ਜੂ। ਯਾਦ ਕਰੋ ਉਸ ਟਾਈਮ ਵੀ ਤੁਸੀਂ ਬੜੇ ਕਨਫਿਊਜ਼ ਹੋਏ ਸੀ, ਕੁਐਸਚਨਾਂ ਤੋਂ ਕਲੀਅਰ ਕੀਤਾ ਸੀ ਇਹ ਚੀਜ਼ ਕਿ ਟੋਟਲ ਸਿਸਟਮ ਦਾ ਮੋਮੈਂਟਮ ਕੰਜ਼ਰਵ ਹੈ ਜਾਂ ਕਾਂਸਟੈਂਟ ਦਾ ਮੀਨਿੰਗ ਕੀ ਹੈ। ਹੁਣ ਤਾਂ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੈ ਨਾ ਕਿ ਕਾਂਸਟੈਂਟ ਮੋਮੈਂਟਮ ਦਾ ਮੀਨਿੰਗ ਕੀ ਹੈ ਆਪਣੇ ਕੋਲ, ਠੀਕ ਹੈ, ਸਿਸਟਮ ਦਾ, ਬੋਡੀ ਦਾ ਨਹੀਂ। ਸਿਮਿਲਰਲੀ ਜੇ ਇੱਥੇ F ਦੀ ਜਗ੍ਹਾ ਤੇ ਟਾਰਕ ਪਾ ਦਈਏ ਕਿਉਂਕਿ ਰੋਟੇਸ਼ਨ ਹੈ, ਤੇ ਇਹ ਕਿਤੇ ਕਿਲੋ ਜੂ ਡੀ ਬਾਈ ਡੀ ਟੀ ਆਫ ਪੀ ਦੀ ਜਗ੍ਹਾ ਤੇ ਆ ਜੂ L। ਕਲੀਅਰ ਸਾਰਿਆਂ ਨੂੰ? ਤਾਂ ਇਹ ਕੀ ਹੋ ਜੂ, ਰੋਟੇਸ਼ਨ ਹੋ ਜੂ। ਤਾਂ ਇਹਦੀ ਸਟੇਟਮੈਂਟ ਵੀ ਇਹੀ ਬਣੂਗੀ, ਇਫ ਟॉ इज 0, ਕਿਹੜੀ ਟਾਰਕ, ਐਕਸਟਰਨਲ, ਇੰਟਰਨਲ ਵਾਲੀ ਨਹੀਂ, ਐਕਸਟਰਨਲ ਟਾਰਕ 0 ਹੈ। ਇਫ ਟॉ इज 0 ਦੈਨ ਨਾਲ ਨਾਲ ਨੋਟ ਕਰੀ ਚਲੋ dl ਬਾਈ dt ਇਜ਼ 0। dl ਬਾਈ dt 0 ਦਾ ਮਤਲਬ ਕੀ ਹੈ, L ਕੀ ਹੈ, ਕਾਂਸਟੈਂਟ ਹੈ, ਕਿਸ ਚੀਜ਼ ਦਾ, ਸਿਸਟਮ ਦਾ। ਤਾਂ ਸਿਸਟਮ ਦਾ ਐਂਗੂਲਰ ਮੋਮੈਂਟਮ ਕੀ ਰਹੂਗਾ, ਕਾਂਸਟੈਂਟ ਰਹੂਗਾ ਜਾਂ ਫਿਰ ਰਹੂਗਾ ਕੰਜ਼ਰਵ। ਇਸ ਨੂੰ ਕਹਿੰਦੇ ਆਪਾਂ ਕੰਜ਼ਰਵੇਸ਼ਨ ਆਫ ਐਂਗੂਲਰ ਮੋਮੈਂਟਮ। ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਕੀ ਸੀ, ਜੇ ਬਾਹਰੋਂ ਕੋਈ ਫੋਰਸ ਨਹੀਂ ਲੱਗ ਰਹੀ ਤਾਂ ਸਿਸਟਮ ਦਾ ਲੀਨੀਅਰ ਮੋਮੈਂਟਮ ਕੰਜ਼ਰਵ ਰਹਿੰਦਾ, ਕਾਂਸਟੈਂਟ ਰਹਿੰਦਾ, ਮਤਲਬ ਕੋਈ ਚੇਂਜ ਨਹੀਂ ਹੁੰਦਾ। ਸਿਮਿਲਰਲੀ ਜੇ ਟਾਰਕ ਦੀ ਗੱਲ ਕਰਦੇ ਆਪਾਂ ਰੋਟੇਸ਼ਨ ਦੇ ਵਿੱਚ, ਜੇ ਬਾਹਰੋਂ ਕੋਈ ਟਾਰਕ ਨਹੀਂ ਲੱਗਦੀ ਤਾਂ ਸਿਸਟਮ ਦਾ ਐਂਗੂਲਰ ਮੋਮੈਂਟਮ ਕੰਜ਼ਰਵ ਰਹਿੰਦਾ। ਇਹਦੀ ਆਪਾਂ ਐਪਲੀਕੇਸ਼ਨਸ ਵੀ ਕਰਾਂਗੇ। ਸਟੈਪ ਕਲੀਅਰ? ਫਿਰ ਇਹਦੀ ਥਿਊਰੀ ਆ ਜੂਗੀ। ਹਾਂਜੀ ਸਰ ਜੇ ਐਂਗੂਲਰ ਮੋਮੈਂਟਮ ਕੰਜ਼ਰਵ ਆ ਤਾਂ ਬਾਡੀ ਰੋਟੇਟ ਹੀ ਨਹੀਂ ਕਰੂਗੀ। ਉਹ ਰੋਟੇਟ, ਕੰਜ਼ਰਵ ਦਾ ਮਤਲਬ ਇਹ ਹੁੰਦਾ ਆਪਣੇ ਕੋਲ ਜਾਂ ਤਾਂ ਕੰਟੀਨਿਊਸ ਕਾਂਸਟੈਂਟ ਸਪੀਡ ਤੇ ਰੋਟੇਟ ਕਰਦੀ ਰਹੂ ਜਾਂ ਫਿਰ ਰੋਟੇਟ ਨਹੀਂ ਕਰੂਗੀ। ਕਿਵੇਂ? ਇੱਕ ਆਪਣੇ ਕੋਲ ਵਰਡ ਸੀਗਾ ਇਨਰਸ਼ੀਆ ਆਫ ਰੋਟੇਸ਼ਨ, ਉਸ 'ਚ ਕੀ ਸੀ, ਜੇ ਬਾਡੀ ਰੋਟੇਟ ਹੋ ਰਹੀ ਹੈ ਤਾਂ ਰੋਟੇਟ ਹੁੰਦੀ ਰਹੂਗੀ ਜਦੋਂ ਤੱਕ ਬਾਹਰੋਂ ਕੋਈ ਫੋਰਸ ਉਸਨੂੰ ਸਲੋ ਡਾਊਨ ਨਹੀਂ ਕਰਦੀ। ਸਿਮਿਲਰਲੀ ਇਸ ਦੇ ਵਿੱਚ ਵੀ L ਇਹੀ ਹੈ। ਇੱਕ ਹੋਰ ਹੁੰਦਾ ਇਨਰਸ਼ੀਆ ਆਫ ਰੈਸਟ, ਜੇ ਬਾਡੀ ਰੈਸਟ 'ਤੇ ਹੈ ਤਾਂ ਰੈਸਟ 'ਤੇ ਰਹੂ, ਜੇ ਬਾਡੀ ਮੋਸ਼ਨ 'ਚ ਹੈ ਤਾਂ ਮੋਸ਼ਨ 'ਤੇ ਵਿੱਚ ਰਹੂ ਜਦੋਂ ਤੱਕ ਬਾਹਰੋਂ ਕੋਈ ਫੋਰਸ ਨਹੀਂ ਲੱਗਦੀ। ਇਹੀ ਚੀਜ਼ ਹੈ, ਇੱਥੇ ਰੋਟੇਸ਼ਨ ਦੀ ਗੱਲ ਆ ਜਾਂਦੀ ਹੈ। ਇਟ ਸਟੇਟਸ ਦੈਟ ਇਫ no external torque acts on the system, same statement है, then its angular momentum remains conserved, then its angular momentum remains conserved. This is called law of conservation of angular momentum.
ਸਿੰਪਲ ਹੈ, ਕਲੀਅਰ। ਜੋ ਆਪਾਂ ਨੇ ਲੀਨੀਅਰ ਦੇ ਕੇਸ ਦੇ ਵਿੱਚ ਫੋਰਸ ਦੀ ਗੱਲ ਕੀਤੀ ਸੀ, ਇਸ ਕੇਸ 'ਚ ਕੀ ਆ ਜਾਊ, ਟਾਰਕ ਆ ਜਾਊ। ਜੋ ਆਪਾਂ ਨੇ ਲੀਨੀਅਰ ਮੋਮੈਂਟਮ ਕਿਹਾ ਸੀ, ਇਸ ਕੇਸ 'ਚ ਕੀ ਹੋ ਜਾਊ ਆਪਣੇ ਕੋਲ, ਐਂਗੂਲਰ ਮੋਮੈਂਟਮ। हो गया नोट। नेक्स्ट अपने को होगा एप्लीकेशन ऑफ कंजर्वेशन ऑफ एंगुलर मोमेंटम। तो एंगुलर मोमेंटम कंजर्वेशन की एप्लीकेशन नेक्स्ट सारी दो ने, ज़्यादा नहीं है। पहली चीज़ है कि जोड़ा अर्थ है वो सन के आले दुआले रोटेट करता है, तो अपने कोल की होगा, याद रखना है, जोड़ा अपने कोल सन होगा सब तो पहला की होगा, विच होगा। फिर अपने कोल की हो जाऊगा कि जोड़ा अपने कोल अर्थ होंगी है उसका रोटेशन एक्सिस की होंगे, एलिप्टिकल एक्सिस होंगे। वैसे 6 चैप्टर करांगे आप, ये अपने कोल एलिप्टिकल पाथ कह सकते हैं, ठीक है। एलिप्टिकल एलिप्स की शेप च होंगे। हुण जदों अर्थ रोटेट होंगी है अराउंड सन, ठीक है, जदों अर्थ रोटेट होंगी है अराउंड सन, तो उसका एंगुलर मोमेंटम कंजर्व रहिंदा है। पहली स्टेटमेंट का सिंगल यही है। इत्थे आपां इसनूं कह दिंदे मेजर एक्सिस, ठीक है। लेंथी वाले नूं मेजर एक्सिस कहांगे, छोटे वाले नूं माइनर एक्सिस कहांगे। दिस इज कॉल्ड माइनर एक्सिस। यूज वैसे कोई है नहीं खासा। तो फस्ट अपने को इक्वल नहीं होंगे बच्चे। अपने को माइनर एक्सिस आ वाला वाइट नाल ड्रॉ कर रहे हैं, आ वाला एक्सिस माइनर है, ठीक है। जो येलो नाल शो हो रहा है ये अपने को मेजर एक्सिस है। लेंथी वाला मेजर एक्सिस, स्मॉल वाला माइनर एक्सिस। सर अर्थ का डिस्टेंस तो सन तो इक्वल ही रहता है, बिल्कुल भी नहीं, बिल्कुल भी नहीं, बिल्कुल भी नहीं, हर एक जगह से चेंज करता है। जो अर्थ अपने इस एरिया च आती है, मैं हाईलाइट कर रहा इस एरिया च आता है, उस मूवमेंट के नेड़े आ जाती है तो अपने को समर का सीजन आता है। जो अर्थ इत्थे आ जाती है तो अपने को विंटर का सीजन आ जाता है। हाँ जी सर ਜਿਹੜਾ तुमने माइनर मेजर बनाया सर ਇਹ ਤਾਂ ਫਿਰ ਚੇਂਜ ਹੋਊਗਾ ਨਾ, ਕਿਉਂਕਿ अर्थ ਕਿਹੜੇ ਇੱਕ ਜਗ੍ਹਾ ਤੇ ਰੁਕਦੀ ਉਹ ਤਾਂ ਰੋਟੇਟ ਕਰੀ ਜਾਂਦੀ ਹੈ। पाथ तो फिक्स हो गया ना। स्टेप समझो, जो आपने इतने येलो से मार्क किया उत्थे ही रोटेट करू अर्थ, ठीक है। जे इस जगह ते ही रोटेट करूँ तो ऑटोमैटिकली उसका माइनर ते मेजर एक्सिस फिक्स हो जाएंगे। अर्थ स्पिन भी कर दिया, रोटेट भी कर दिया, रोटेट कर दिया सन दे दुआले, स्पिन कर दिया अपने एक्सिस दे दुआले। तो अपने कोल सब तो पहली एप्लीकेशन की आती है कि जदों अर्थ सन दे आले दुआले रोटेट होंदी है तो अर्थ नूं रिक्वायर्ड सेंट्रीपिटल फोर्स कौन प्रोवाइड करता है, ग्रेविटेशनल फोर्स, जो सन दे अर्थ दे विचकार लगता है। सन हर एक चीज़ नूं अपने कन्नी खिंचदा है, तो जिस फोर्स नाल सन अर्थ नूं अपने कन्नी खिंच रहा है, अर्थ किहड़ा सन दे विच चली गई, ठीक है। तो वह फोर्स की प्रोवाइड करती है, रिक्वायर्ड सेंट्रीपिटल फोर्स। एंड जदों अर्थ रोटेट हो रही है तो इस पूरे सिस्टम का सन ते अर्थ का की चीज़ है, एक्सक्यूज मी, एंगुलर मोमेंटम कंजर्व है। पहला पॉइंट ये है। सैकेंड पॉइंट वो मैथमेटिकल पोर्शन होगा, ठीक है। तो अपने को क्या होगा, वैन प्लैनेट, मतलब अपने को इतना अर्थ कहता है, वैसे कोई भी प्लैनेट है हर एक वास्ते वैलिड है। वैन अ प्लैनेट, नोट कर लो, revolves around sun, its angular momentum about sun remains constant भी लिख सकते हैं, conserved भी लिख सकते हैं, ठीक है। remains constant because no external torque acts on the system, because बाहरों कोई भी फोर्स या टॉर्क नहीं लगती, ठीक है। नेक्स्ट वाला पॉइंट जस्ट 10 देना, लिखवांदा नहीं, टाइम हो गया, टाइम पे अपने को 5 मिनट पे ने पूरे। नेक्स्ट वाला पॉइंट भी आराम नाल हो जाऊगा, 5-6 मिनट अपने को एग्जैक्ट है, ठीक है। तो नैक्सट वाले पॉइंट्स की बनता है, डायग्राम ऐसे ही ड्रॉ कर सकते थे आप, दोबारा कर लें। अपने को सन है, लेट्स से पॉइंट ए है, पॉइंट बी है। अर्थ एक बार पॉइंट ए ते जाऊ तो डिस्टेंस कितना हो जो स्मॉल आर,
ਇੱਕ ਵਾਰ ਦੂਰ ਚਲੀ ਜੂ ਕਿੰਨਾ ਡਿਸਟੈਂਸ ਹੋ ਜੂ ਕੈਪੀਟਲ ਆਰ। ਕਾਮਨ ਸੈਂਸ ਕੀ ਕਹਿੰਦੀ ਹੈ ਸਮॉल आर छोटा है कैपिटल आर बड़ा है। लेट्स अज्यूम कि जो अर्थ रोटेट हो रही है दैट इज रोटेटिंग इन एंटी क्लॉकवाइज डायरेक्शन। ਤਾਂ ਪੁਆਇੰਟ A ਤੇ ਇਸ ਦੀ ਵੈਲੋਸਿਟੀ VA ਹੈ, ਪੁਆਇੰਟ B ਤੇ ਇਸ ਦੀ ਵੈਲੋਸਿਟੀ VB ਹੈ। ਡਾਇਗਰਾਮ ਕਲੀਅਰ ਸਾਰਿਆਂ ਨੂੰ। ਅਰਥ ਕੀ ਕਰ ਰਹੀ ਹੈ ਰੋਟੇਟ ਹੋ ਰਹੀ ਹੈ, ਜਦੋਂ ਪੁਆਇੰਟ A ਤੇ ਪਹੁੰਚੀ ਤਾਂ VA ਸਪੀਡ ਸੀ, ਜਦੋਂ ਪੁਆਇੰਟ B ਤੇ ਪਹੁੰਚੀ ਤਾਂ VB ਸਪੀਡ ਸੀ। ਤਾਂ ਇਸ ਦੇ ਵਿੱਚ ਆਪਾਂ ਨੇ ਇਹੀ ਸਟੇਟਮੈਂਟ ਨੂੰ ਜਸਟੀਫਾਈ ਕਰਨਾ ਹੈ ਕਿ ਐਂਗੂਲਰ ਮੋਮੈਂਟਮ ਕੰਜ਼ਰਵਡ ਹੈ। ਠੀਕ ਹੈ, ਤੇ ਇਹ 'ਚ ਕੀ ਲਿਖਾਂਗੇ ਆਪਾਂ, ਦੇਖ ਲਓ L इनिशियल इज इक्वल टू या L एट A इज इक्वल टू L एट B। स्टेटमेंट मैं बाद लिखवाऊंगा, पहला मैं इसमें एक्सप्लेन करूंगा, सुनी चलो। तो प्लैनेट का मोमेंटम अराउंड A इज इक्वल टू मोमेंटम ऑफ प्लैनेट एट पॉइंट B। तो L का फॉर्मूला होंगे P इंटू R। मैथमेटिकल लिख रहा मैं, वैक्टर साइंस नहीं पा रहा, पहला दस रहा। P ਦਾ ਫਾਰਮੂਲਾ ਹੁੰਦਾ MVR ਐਟ ਪੁਆਇੰਟ A। ਕਿਹਦੇ ਕੋਲੂਗਾ MVR ਐਟ ਪੁਆਇੰਟ B। ਹੁਣ ਮਾਸ ਤਾਂ ਪਲੈਨਟ ਦਾ ਸੇਮ ਹੀ ਰਹਿਣਾ, ਚਾਹੇ ਪੁਆਇੰਟ A ਤੇ ਹੈ ਚਾਹੇ B ਤੇ ਹੈ। ਫਿਰ ਆਪਣੇ ਕੋਲ ਕੀ ਹੋਊਗਾ ਤਾਂ VA ਇੰਟੂ ਸਮॉल r, ਕਿਉਂਕਿ ਪੁਆਇੰਟ A ਦਾ ਡਿਸਟੈਂਸ ਕਿੰਨਾ ਸਨ ਤੋਂ ਸਮॉल r ਇਜ਼ ਇਕੁਅਲ ਟੂ VB ਇੰਟੂ ਕੈਪੀਟਲ R। ਕਲੀਅਰ ਸਾਰਿਆਂ ਨੂੰ। ਤਾਂ ਆਪਣੇ ਕੋਲ ਕੀ ਬਣਿਆ, ਆਪਣੇ ਕੋਲ ਬਣਿਆ VA ਬਾਏ VB ਇਜ਼ ਇਕੁਅਲ ਟੂ ਕੈਪੀਟਲ R ਬਾਏ ਸਮॉल r। ਹੁਣ ਕੀ ਆਪਣੇ ਕੋਲ ਰਾਈਟ ਸਾਈਡ ਤੇ ਨਿਊਮਰੇਟਰ ਬੜਾ ਹੈ ਤਾਂ ਲੈਫਟ ਸਾਈਡ ਤੇ ਕੀ ਹੋਊਗਾ ਨਿਊਮਰੇਟਰ ਬੜਾ ਹੋਊਗਾ। ਦੋ ਮੈਥਡ ਹੈ ਕਰਨ ਦੇ, ਆਹ ਵਾਲੇ ਮੈਥਡ ਹੈ। ਇੱਕ ਮੈਥਡ ਹੈ L ਇਜ਼ ਕੌਂਸਟੈਂਟ। L ਦਾ ਮਤਲਬ ਹੁੰਦਾ MVR ਕੌਂਸਟੈਂਟ ਹੈ, ਮਾਸ ਕੌਂਸਟੈਂਟ ਹੈ ਤਾਂ VR ਵੀ ਕੌਂਸਟੈਂਟ ਹੋ ਜੂ। ਮਾਸ ਪਲੈਨਟ ਦਾ ਕੀ ਹੁੰਦਾ ਕੌਂਸਟੈਂਟ ਹੁੰਦਾ, ਤਾਂ V ਕਿਹਦੇ ਪ੍ਰਪੋਰਸ਼ਨਲ ਹੋ ਜੂ 1/r ਤੇ। ਤਾਂ ਜਿੰਨਾ ਜ਼ਿਆਦਾ ਰੇਡੀਅਸ ਹੋਊਗਾ, ਜਿੰਨਾ ਜ਼ਿਆਦਾ ਦੂਰ ਹੋਊਗਾ ਸਨ ਤੋਂ ਪਲੈਨਟ, ਉਨੀ ਉਹਦੀ ਸਪੀਡ ਘੱਟ ਹੋਊਗੀ। ਜਿੰਨਾ ਉਹ ਸਨ ਦੇ ਨੇੜੇ ਹੋਊਗਾ ਉਨੀ ਉਹਦੀ ਸਪੀਡ ਜ਼ਿਆਦਾ ਹੋਊਗੀ। ਨੋਟ ਕਰ ਲਓ, ਥਿਊਰੀ ਬਾਅਦ 'ਚ ਲਿਖਾਊਂਗਾ ਮੈਂ। ਇਹ ਆਪਣੇ ਕੋਲ A ਨੂੰ B ਨਾਲ ਕੰਪੇਅਰ ਕਰ ਲਿਆ। ਇਹ ਆਪਾਂ ਨੇ ਕੀ ਕਰ ਲਿਆ, ਸਿਰਫ ਇੱਕ ਚੀਜ਼ ਨੂੰ ਕੌਂਸਟੈਂਟ ਕਰਕੇ ਪ੍ਰੋਪੋਰਸ਼ਨੈਲਿਟੀ ਨਾਲ ਕੀਤਾ। ਇੱਥੇ ਪ੍ਰੋਪੋਰਸ਼ਨੈਲਿਟੀ ਯੂਜ਼ ਨਹੀਂ ਕੀਤੀ, ਪ੍ਰੋਪੋਰਸ਼ਨੈਲਿਟੀ ਰਾਈਟ ਸਾਈਡ ਯੂਜ਼ ਕੀਤੀ ਹੈ। ਤਾਂ ਜਿੰਨਾ ਪਲੈਨਟ ਸਨ ਤੋਂ ਦੂਰ ਹੋਊਗਾ ਉਨਾ ਉਸਦਾ ਸਪੀਡ ਘੱਟ ਹੋਊਗੀ, ਜਿੰਨਾ ਨੇੜੇ ਜਾਊਗਾ ਸਪੀਡ ਵੱਧ ਜੂ। ਹੁਣ ਇਹ ਚੀਜ਼ ਸਰਕਲ 'ਚ ਵੀ ਹੁੰਦੀ ਹੈ, ਯਾਦ ਰੱਖਿਓ ਕਿ ਜਿੰਨਾ ਛੋਟਾ ਰੇਡੀਅਸ ਹੁੰਦਾ ਉਨੀ ਉਹਦੀ ਸਪੀਡ ਜ਼ਿਆਦਾ ਹੁੰਦੀ ਹੈ, ਜਿੰਨਾ ਵੱਡਾ ਰੇਡੀਅਸ ਹੁੰਦਾ ਉਨੀ ਉਹਦੀ ਸਪੀਡ ਘੱਟ ਹੁੰਦੀ ਹੈ। ਚਾਹੇ ਕੋਈ ਧਾਗਾ ਵਗੈਰਾ ਘੁਮਾ ਕੇ ਦੇਖ ਲਓ। ਹਾਂਜੀ ਸਰ ਇਦਾਂ ਕਾਹਤੋਂ ਹੁੰਦਾ ਵੀ ਨੇੜੇ ਜਾਣ ਤੇ ਸਪੀਡ ਜ਼ਿਆਦਾ ਹੁੰਦੀ ਹੈ, ਬਿਲਕੁਲ ਸਹੀ ਦੂਰ ਹੈ। ਜਾਣ ਤੇ ਘੱਟ ਜਾਂਦੀ ਇਹ ਡਿਊ ਟੂ ਕੰਜ਼ਰਵੇਸ਼ਨ ਆਫ ਐਂਗੂਲਰ ਮੋਮੈਂਟਮ ਹੈ। ਵਧੀਆ ਤੁਸੀਂ ਇਹ ਪੁਆਇੰਟ ਕਿਹਾ। ਮੈਂ ਇੱਕ ਹੋਰ ਐਗਜ਼ਾਮਪਲ ਹੈ, ਉਹਦੇ 'ਚ ਕੀ ਕਰਦਾ ਹੈ, ਜਦੋਂ ਇੱਕ ਕੁੜੀ ਹੁੰਦੀ ਹੈ ਉਹ ਘੁੰਮਦੀ ਹੈ, ਜਦੋਂ ਹੱਥਾਂ ਨੂੰ, ਮਤਲਬ ਤੁਹਾਡਾ ਕਨਸੈਪਚੁਅਲ ਕੁਐਸਚਨ ਹੈ ਬੁੱਕ ਦਾ, ਜਦੋਂ ਹੱਥਾਂ ਨੂੰ ਖੋਲ ਲੈਂਦੀ ਹੈ ਉਸ ਮੂਵਮੈਂਟ 'ਤੇ ਕੀ ਹੁੰਦਾ ਉਹਦੀ ਸਪੀਡ ਘੱਟ ਜਾਂਦੀ ਹੈ। ਜਦੋਂ ਉਹ ਇਕੱਠਾ ਹੋ ਜਾਂਦਾ ਮਾਸ, ਮਤਲਬ ਹੱਥ ਇਕੱਠੇ ਕਰਦੀ, ਉਹਦੀ ਸਪੀਡ ਵੱਧ ਜਾਂਦੀ ਹੈ। ਮੈਂ ਗਰੁੱਪ ਦੇ ਵਿੱਚ ਪਾ ਦੂੰਗਾ ਵੀਡੀਓ, ਕਲਾਸ ਦੇ ਵਿੱਚ ਤਾਂ ਦਿਖਾਉਂਦੇ ਹੁੰਦੇ ਸੀਗੇ ਬਟ ਇੱਥੇ ਆਪਾਂ ਦਿਖਾਉਣਾ ਪੋਸੀਬਲ ਨਹੀਂ ਹੈ। ਆਵਾਜ਼ ਮੈਨੂੰ ਕੁਛ ਨਹੀਂ ਸਮਝ ਆਈ। ਗੁਰਲੀਨ ਕੁਛ ਨਹੀਂ ਸਮਝ ਆਉਂਦੀ ਪੁੱਤ, ਕੀ ਬੋਲ ਜਾਂਦੇ ਹੋ? ਸਰ ਸਮਝ ਆਉਂਦੀ ਸਿਰਫ। ਸਰ ਤੁਸੀਂ ਅਰਥ ਦੀ ਰੋਟੇਸ਼ਨ ਐਂਟੀ ਕਲੌਕਵਾਈਜ਼ ਕਿਉਂ ਲੈਤੀ ਹੈ? ਕਲੌਕਵਾਈਜ਼ ਵੀ ਤਾਂ ਲੈ ਸਕਦੇ ਆ। ਮੈਨੂੰ ਇੱਕ ਗੱਲ ਦਾ ਜਵਾਬ ਦੇ ਪੁੱਤ, ਇਸ ਜਗ੍ਹਾ ਤੇ ਰੋਟੇਸ਼ਨ ਐਂਟੀ ਕਲੌਕਵਾਈਜ਼ ਹੈ ਜਾਂ ਫਿਰ ਕਲੌਕਵਾਈਜ਼ ਹੈ, ਉਸ ਨਾਲ ਐਂਗੂਲਰ ਕੰਜ਼ਰਵੇਸ਼ਨ ਦਾ ਕੋਈ ਲਿੰਕ ਹੈਗਾ? ਗੁਰਲੀਨ ਤੁਹਾਡੇ ਤੋਂ ਪੁੱਛਣਾ ਬੱਚੇ। ਸਰ ਨਹੀਂ, ਤੁਸੀਂ ਫਿਰ ਐਂਟੀ ਕਲੌਕਵਾਈਜ਼ ਲੈਤੀ, ਮੈਂ ਨਾ ਪੁੱਛਿਆ। ਠੀਕ ਹੈ, ਮੈंने ਲੈ ਲਈ, ਮੈਂ ਉਹਦਾ ਜਵਾਬ ਦੇ ਰਿਹਾ। ਆਪਣੇ ਇਸ ਪਰਟੀਕੂਲਰ ਟੌਪਿਕ ਦੇ ਨਾਲ ਉਹਦਾ ਕੋਈ ਲਿੰਕ ਹੈ? ਗੱਲ ਗੁੱਸੇ ਕਰਨ ਵਾਲੀ ਨਹੀਂ, ਮੈਂ ਕੋਈ ਗੁੱਸਾ ਨਹੀਂ ਕਰ ਰਿਹਾ, ਠੀਕ ਹੈ, ਮੈਂ ਜਸਟ ਪੁੱਛ ਰਿਹਾ, ਨਹੀਂ ਲਿੰਕ ਹੈ, ਠੀਕ ਹੈ। ਤਾਂ ਚਾਹੇ ਤੁਸੀਂ ਕਲੌਕਵਾਈਜ਼ ਲੈ ਲਓ ਚਾਹੇ ਐਂਟੀ ਕਲੌਕਵਾਈਜ਼ ਲੈ ਲਓ, ਕੋਈ ਚੱਕਰ ਨਹੀਂ ਹੈ। ਆਪਣਾ ਫੋਕਸ, ਤੁਸੀਂ ਵੀ ਸਾਰੇ ਸੁਣ ਲਓ ਧਿਆਨ ਨਾਲ, ਤੁਹਾਡਾ ਫੋਕਸ ਇੱਥੇ ਹੋਣਾ ਚਾਹੀਦਾ ਕਿ ਜੋ ਟੌਪਿਕ ਚੱਲ ਰਿਹਾ ਹੈ ਉਸ ਵੱਲ ਫੋਕਸ ਕਰੋ, ਉਸ ਨਾਲ ਰਿਲੇਟ ਕਰੋ। ਰੈਂਡਮ ਚੀਜ਼ਾਂ ਪੁੱਛੋਗੇ ਜਵਾਬ ਮੈਂ ਦਊਂਗਾ, ਇੱਕ ਵੀ ਚੀਜ਼ ਦਾ ਮੈਂ ਜਵਾਬ ਇਹ ਨਹੀਂ ਹੈ ਕਿ ਮੈਂ ਪੁੱਠਾ ਸਿੱਧਾ ਕੁਝ ਬੋਲੂੰਗਾ, ਨਹੀਂ। ਬਟ ਮੇਰਾ ਫੋਕਸ ਇਹ ਹੈ ਕਿ ਤੁਹਾਨੂੰ ਚੀਜ਼ ਦਾ ਪਤਾ ਹੋਣਾ ਚਾਹੀਦਾ ਹੈ ਕਿ ਆਪਾਂ ਨੇ ਕੀ ਗੱਲ ਕਰਨੀ ਹੈ ਤੇ ਧਿਆਨ ਕਿੱਥੇ ਹੋਣਾ ਚਾਹੀਦਾ। ਤੁਹਾਡਾ ਧਿਆਨ ਇੱਧਰ ਡਾਈਵਰਟ ਨਹੀਂ ਹੋਣਾ ਚਾਹੀਦਾ ਇੱਧਰ ਉੱਧਰ।
ਲੋਕਡਾਊਨ ਹੈ, ਆਪਾਂ ਕੁਝ ਨਹੀਂ ਕਰ ਸਕਦੇ, ਕਲਾਸਿਸ ਅਲਾਉਡ ਨਹੀਂ ਹੈ, ਠੀਕ ਹੈ, ਆਮਣੇ ਸਾਹਮਣੇ ਹੁੰਨੇ ਤਾਂ ਜੋ ਮਰਜ਼ੀ ਕਰੀ ਜਾਂਦੇ ਆ, ਬਟ ਯੈਸ ਹੁਣ ਜੋ ਆਪਣੇ ਕੋਲ ਫੈਸਿਲਿਟੀ ਹੈ ਆਪਾਂ ਨੇ ਉਸ ਨੂੰ ਯੂਟਿਲਾਈਜ਼ ਕਰਨਾ। ਮੈਥਮੈਟੀਕਲ ਪਾਰਟ ਕਲੀਅਰ ਸਾਰਿਆਂ ਨੂੰ? ਹਾਂਜੀ ਸਰ ਜਿਵੇਂ ਆਪਾਂ ਫੋਰਸ ਦੀ ਐਗਜ਼ਾਮਪਲ ਕੀਤੀ ਸੀ ਤਾਂ ਫੋਰਸ ਦੀ ਡੈਫੀਨੇਸ਼ਨ ਕੀਤੀ ਸੀ ਕਿ ਜੇ ਆਬਜੈਕਟ ਫੋਰਸ ਰੈਸਟ ਤੇ ਹੁੰਦਾ ਤਾਂ ਮੋਸ਼ਨ ਚ ਆਉਂਦਾ, ਜੇ ਮੋਸ਼ਨ ਹੁੰਦਾ ਤਾਂ ਰੈਸਟ ਤੇ ਆਉਂਦਾ। ਹੂੰ ਸਰ ਐਵੇਂ ਐਂਗੂਲਰ ਮੋਮੈਂਟਮ ਦੀ ਡੈਫੀਨੇਸ਼ਨ ਕੀ ਹੋਈ? ਸਰ ਉਸ ਨੂੰ ਮੈਥਮੈਟੀਕਲੀ ਨਹੀਂ ਸਮਝ ਆਈ, ਮੈਥਮੈਟੀਕਲੀ ਲਿਖਾਇਆ ਸੀ ਉਹ ਤਾਂ ਸਮਝ ਆ ਗਿਆ, ਐਵੇਂ ਦੂਸਰੇ ਲੋਟ ਕੀ ਹੋਈ ਇਹਦੀ? ਪਹਿਲੀ ਗੱਲ ਤਾਂ ਫੋਰਸ ਦੀ ਨਹੀਂ ਕੀਤੀ ਸੀ ਉਹ ਆਪਾਂ ਨੇ, ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਦੀ ਕੀਤੀ ਸੀ। ਫੋਰਸ ਤਾਂ ਉਹ ਹੁੰਦੀ ਹੈ, ਤਿੰਨ ਚੀਜ਼ਾਂ ਹੁੰਦੀਆਂ ਨੇ, ਜਾਂ ਰੈਸਟ ਤੇ ਰਹੂ, ਜਾਂ ਮੋਸ਼ਨ ਚ ਆ ਜਾਊ, ਜਾਂ ਸ਼ੇਪ ਚੇਂਜ ਹੋ ਜਾਊ। Force is anything which can we can pull or push anybody so that its state of rest, motion or its shape can change। ਹੁਣ ਤੁਸੀਂ ਐਗਜ਼ੈਕਟ ਕੁਐਸਚਨ ਕੀ ਪੁੱਛ ਰਹੇ ਹੋ, ਤੁਹਾਨੂੰ ਆ ਚੀਜ਼ ਪ੍ਰੋਪਰਲੀ ਸਮਝ ਆਈ ਕੀ ਕਿਹਾ ਮੈਨੇ? ਇਸ ਨੂੰ ਇਹਦੇ ਨਾਲ ਰਿਲੇਟ ਕਰ ਲਓ ਕਿ ਆਪਣੇ ਕੋਲ VA ਬਾਈ VB ਦੀ ਵੈਲਿਊ ਆ ਗਈ ਕੈਪੀਟਲ R ਬਾਈ ਸਮਾਲ r, ਰਾਈਟ ਸਾਈਡ ਤੇ ਕੈਪੀਟਲ R ਗ੍ਰੇਟਰ ਹੈ ਸਮਾਲ r ਨਾਲੋਂ, ਮਤਲਬ ਨਿਊਮਰੇਟਰ ਬੜਾ ਹੈ ਡਿਨੋਮੀਨੇਟਰ ਨਾਲੋਂ, ਜੇ ਰਾਈਟ ਸਾਈਡ ਤੇ, ਤਾਂ ਲੈਫਟ ਸਾਈਡ ਤੇ ਵੀ ਕੀ ਹੋ ਜੂ, ਨਿਊਮਰੇਟਰ ਬੜਾ ਹੋ ਜਾਊਗਾ ਡਿਨੋਮੀਨੇਟਰ ਨਾਲੋਂ। ਇਹ ਹੋਗਾ ਲੈਂਥੀ ਵਾਲਾ ਵਰਜਨ। ਤੇ ਰਾਈਟ ਸਾਈਡ ਤੇ ਆਪਾਂ ਨੇ ਆਹ ਵਾਲੀ ਚੀਜ਼ ਜੋ ਕੀਤੀ ਹੈ, ਮੈਂ ਬਲੂ ਨਾਲ ਮਾਰਕ ਕੀਤਾ ਇਸ ਨੂੰ, ਇਹ ਆਪਣੇ ਕੋਲ ਹੈ ਅੰਡਰਸਟੈਂਡਿੰਗ ਵਾਲਾ ਈਜ਼ੀ ਵਾਲਾ ਪੋਰਸ਼ਨ। ਇਹਦੇ 'ਚ ਕੀ ਕਨਫਿਊਜ਼ਨ ਹੈ ਮੈਨੂੰ ਪੁੱਛੋ। ਨਹੀਂ ਸਰ ਐਵੇਂ ਕਹਿ ਰਹੀ ਸੀ ਸਰ, ਜਿਵੇਂ ਆਪਾਂ ਫੋਰਸ ਦੀ ਮੈਥਮੈਟੀਕਲੀ ਡੈਫੀਨੇਸ਼ਨ ਕੀਤੀ ਸੀ ਪ੍ਰੋਡਕਟ ਆਫ ਮਾਸ ਐਂਡ ਐਕਸਲਰੇਸ਼ਨ। ਯੈਸ ਸਰ ਐਵੇਂ ਆਪਾਂ ਇਹਦੀ ਐਂਗੂਲਰ ਮੋਮੈਂਟਮ ਦੀ ਕੀਤੀ ਆ। ਐਂਗੂਲਰ ਮੋਮੈਂਟਮ ਹੈ MVR, ਉਹਦਾ ਆਪਾਂ ਹਾਲੇ ਨਹੀਂ ਡਿਸਕਸ ਕਰ ਸਕਦੇ, ਉਸ ਫਾਰਮੈਟ 'ਚ ਡਿਸਕਸ ਨਹੀਂ ਕਰ ਸਕਦੇ। ਤੁਸੀਂ ਜੋ ਯਾਦ ਰੱਖਣਾ ਹੈ, ਤੁਸੀਂ ਫੋਰਸ ਨੂੰ ਐਂਗੂਲਰ ਮੋਮੈਂਟਮ ਨਾਲ ਲਿੰਕ ਨਹੀਂ ਕਰਨਾ। ਤੁਸੀਂ ਜੇ ਫੋਰਸ ਗੱਲ ਕਰਨੀ ਹੈ ਤਾਂ ਉਹਦਾ ਲਿੰਕ ਹੈ ਟਾਰਕ ਨਾਲ। ਠੀਕ ਹੈ ਪੁੱਤ ਸੁਣ ਲਓ, ਜੋ ਲੀਨੀਅਰ ਮੋਮੈਂਟਮ ਹੈ ਉਹ ਹੈ ਆਪਣੇ ਕੋਲ ਕੁਆਂਟੀਟੀ ਆਫ ਮੋਸ਼ਨ ਇਨ ਲੀਨੀਅਰ ਸਾਈਡ, ਜੋ ਐਂਗੂਲਰ ਮੋਮੈਂਟਮ ਹੈ ਉਹ ਕੁਆਂਟੀਟੀ ਆਫ ਮੋਸ਼ਨ ਇਨ ਰੋਟੇਸ਼ਨਲ ਸਾਈਡ। ਬਸ ਹਾਂਜੀ ਸਰ ਆ ਗਿਆ ਸੀ। ਚਲੋ ਬਾਕੀ ਆਪਾਂ ਇਹਦੀ ਡੈਫੀਨੇਸ਼ਨ ਹੈਗੀ ਉਹ ਆਪਾਂ ਕੱਲ੍ਹ ਡਿਸਕਸ ਕਰ ਲਾਂਗੇ। ਤੁਹਾਨੂੰ ਮੈਂ ਇੱਕ ਤਾਂ ਐਂਗੂਲਰ ਮੋਮੈਂਟਮ ਵਾਲੀਆਂ ਦੇ ਦੂੰਗਾ ਵੀਡੀਓਜ਼, ਉਸ 'ਚ ਦੇਖ ਲਿਓ, ਠੀਕ ਹੈ। ਤੇ ਹੋਮਵਰਕ ਮੈਂ ਦੱਸ ਦਿੰਦਾ ਕਲਾਸ ਤੋਂ ਬਾਅਦ। Good evening, sir. Good evening to all. ਗੁੱਡ ਈਵਨਿੰਗ ਸਰ। Good evening.